Good evening to all of you and good morning to Dr. Saab Good and morning. welcome back to Zoom webinar again। ਤੇ ਆਪਾਂ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਕਿ ਉਹ ਸਾਡੇ ਆਊਟ ਆਫ ਕੰਟਰੀ ਹੁੰਦੇ ਹੋਏ ਵੀ ਸਾਨੂੰ ਆਪਣਾ ਇੰਨਾ ਕੀਮਤੀ ਵਕਤ ਦੇ ਰਹੇ ਹੈਗੇ ਆ। ਟਾਈਮ ਟੂ ਟਾਈਮ ਸਾਡੇ ਨਾਲ ਜੁੜ ਰਹੇ ਆ, ਸਾਨੂੰ ਇਨਫੋਰਮੇਸ਼ਨ ਦੇ ਰਹੇ ਆ। ਤੇ ਅੱਜ ਦਾ ਜਿਹੜਾ ਸਾਡਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਗਾ ਆ, ਜਿਹਦੇ ਬਾਰੇ ਆਪਾਂ ਬਹੁਤ ਵਾਰ ਜਿਹੜਾ ਹੈਗਾ ਡਿਸਕਸ ਤਾਂ ਕਰਦੇ ਆ, ਬਟ ਫਿਰ ਵੀ ਸਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਜਿਹੜਾ ਅੱਜ ਦਾ ਟੌਪਿਕ ਹੈ ਸਾਡਾ ਪ੍ਰੋਸਟੇਟ ਇਨਲਾਰਜਮੈਂਟ ਕੋਜ਼ਿਸ ਸਿੰਪਟਮਸ ਐਂਡ ਟ੍ਰੀਟਮੈਂਟ, ਯਾਨੀ ਕਿ ਜਿਹੜੇ ਸਾਡੇ ਪ੍ਰੋਸਟੇਟ ਦੇ ਗਲੈਂਡਸ ਵੱਧ ਜਾਂਦੇ ਆ, ਕਿਉਂ, ਕੀ ਕਾਰਨ ਆ, ਕੀ ਇਹਦੇ ਲੱਛਣ ਹੁੰਦੇ ਆ ਜਾਂ ਕੀ ਇਹਦਾ ਇਲਾਜ ਹੈਗਾ ਆ ਅਕੋਰਡਿੰਗ ਟੂ ਨੈਚੁਰੋਪੈਥੀ ਜਾਂ ਆਯੁਰਵੇਦਾ। ਡਾਕਟਰ ਸਾਹਿਬ ਸਾਡੇ ਨਾਲ ਡਿਸਕਸ ਕਰਨਗੇ ਤੇ ਆਪਾਂ ਵੈਲਕਮ ਕਰਦੇ ਆ ਡਾਕਟਰ ਜਗਤਜੀਤ ਵਿਰਕ ਜੀ ਦਾ, ਜੋ ਕਿ MBBS FAMS FCGP PGD GM ਫਗਵਾੜਾ ਤੋਂ ਸਾਡੇ ਨਾਲ ਹੁੰਦੇ ਆ, ਬਟ ਰੀਸੈਂਟਲੀ ਉਹ ਆਊਟ ਆਫ ਕੰਟਰੀ ਆ। ਤੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਅਸੀਂ ਫੇਰ ਦੁਬਾਰਾ ਕਰਦੇ ਆ ਕਿ ਸਾਨੂੰ ਆਪਣਾ ਕੀਮਤੀ ਸਮਾਂ ਦੇ ਰਹੇ ਆ। ਐਂਡ ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਜੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਅੱਜ ਵੀ ਅਸੀਂ ਪਹਿਲਾਂ ਦੀ ਤਰ੍ਹਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਟੌਪਿਕ ਹੈ ਸਾਡੇ ਗਦੂਦ, ਜਿਹੜੇ ਕਿ ਵੱਧ ਜਾਂਦੇ ਆ ਔਰ ਉਹ ਸਾਨੂੰ ਵੱਡੀ ਉਮਰ ਦੇ ਵਿੱਚ ਕਾਫੀ ਪ੍ਰੋਬਲਮਸ ਦਿੰਦੇ ਆ, ਔਰ ਉਹਨਾਂ ਤੋਂ ਕਿਸ ਤਰ੍ਹਾਂ ਅਸੀਂ ਬਚਣਾ ਹੈ, ਕੀ ਉਹਦੀ ਟ੍ਰੀਟਮੈਂਟ ਹੈ, ਕਿਸ ਤਰ੍ਹਾਂ ਉਹ ਪਤਾ ਲੱਗ ਸਕਦਾ ਹੈ ਕਿ ਇਹ ਸਾਡੇ ਗਦੂਦ ਵੱਧ ਗਏ ਆ। ਇਹ ਸਾਰੀਆਂ ਗੱਲਾਂ ਆਪਾਂ ਅੱਜ ਡਿਸਕਸ ਕਰਾਂਗੇ। ਤੇ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਗਦੂਦ ਵਧਣਾ ਹੈ, ਉਹ ਅਗਰ ਉਹਦੇ ਕੋਈ ਸਿੰਪਟਮ ਨਹੀਂ ਹੈ, ਅਗਰ ਉਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ, ਤਾਂ ਉਹਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਹ ਨਾਰਮਲ ਅਸੀਂ ਲੈ ਸਕਦੇ ਹਾਂ। ਫਿਕਰ ਉਦੋਂ ਹੀ ਕਰਨਾ ਹੈ ਜਦੋਂ ਉਹਦੇ ਨਾਲ ਕੋਈ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਆ। ਤੇ ਕਿਉਂਕਿ ਇਹ ਜਿਹੜੀ ਵਾਧਾ ਹੈਗਾ ਇਸ ਗਦੂਦਾਂ ਦਾ, ਇਹ ਨਾਰਮਲ ਹੈਗਾ, ਇਹ ਏਜ ਦੇ ਨਾਲ ਹੌਲੀ ਹੌਲੀ ਵੱਧਦੇ ਹੈਗੇ ਆ। ਔਰ ਇਹ ਜਿਹੜੀ ਇਹਨਾਂ ਦਾ ਵਾਧਾ ਹੈਗਾ ਆ, ਇਹ ਕੋਈ ਕੈਂਸਰਸ ਨਹੀਂ ਹੈ, ਬਹੁਤ ਹੀ ਸੁਭਾਵਕ ਹੈ। ਇਹਨੂੰ ਸੁਭਾਵਕ ਅਸੀਂ ਕਹਿੰਦੇ ਹਾਂ ਕਿ ਸੁਭਾਵਕ ਵਾਧਾ ਜਿਹੜਾ ਏਜ ਦੇ ਨਾਲ, ਜਿੱਦਾਂ ਝੁਰੜੀਆਂ ਪੈ ਜਾਂਦੀਆਂ ਜਾਂ ਆਪਣੇ ਚਿੱਟੇ ਵਾਲ ਹੋ ਜਾਂਦੇ ਆ, ਇਸ ਤਰ੍ਹਾਂ ਉਮਰ ਦੇ ਨਾਲ ਇਹ ਪ੍ਰੋਬਲਮ ਵੀ ਹੁੰਦੀ ਆ। ਪਰ ਅਸੀਂ ਫਿਕਰ ਉਦੋਂ ਕਰਨਾ ਆ ਜਦੋਂ ਸਾਡੇ ਇਹ ਸਿੰਪਟਮਸ ਜਿਹੜੇ ਹੈਗੇ ਆ ਉਹ ਹੋ ਜਾਣ। ਤੇ ਇਹ ਜਿਹੜਾ ਸੁਭਾਵਕ ਗਦੂਦਾਂ ਦਾ ਵਧਣਾ ਹੈਗਾ ਆ, ਇਹ ਤਕਰੀਬਨ ਬਹੁਤ ਕਾਮਨ ਡਿਜ਼ੀਜ਼ ਹੈਗੀ ਆ, ਜਿਹੜੀ ਕਿ 90% ਲੋਕਾਂ ਦੇ ਵਿੱਚ ਜਿਹੜੇ 60 ਸਾਲ ਤੋਂ ਉੱਪਰ ਹੈਗੇ ਆ, ਉਹਨਾਂ 'ਚ ਦੇਖੀ ਗਈ ਆ। ਇਹਦਾ ਮਤਲਬ ਆ ਕਿ ਤਕਰੀਬਨ 10 ਚੋਂ 9 ਬੰਦਿਆਂ ਨੂੰ ਤਾਂ ਇਹ ਹਰ ਇੱਕ ਨੂੰ ਹੋਣੀ ਹੈਗੀ ਆ। ਇਹ ਜਿਹੜਾ ਗਦੂਦਾਂ ਦਾ ਵਧਣਾ ਹੈਗਾ ਆ, ਇਹ ਬਹੁਤ ਹੀ ਕਾਮਨ ਹੈ ਇਸ ਲਈ। ਤੇ ਇਹਦਾ ਬਹੁਤ ਜਿਹੜਾ ਐਗਜ਼ੈਕਟ ਕਾਜ਼ ਹੈਗਾ ਕਿ ਕਿਸ ਕਰਕੇ ਹੁੰਦੀ ਆ, ਇਹ ਹਾਲੇ ਤੱਕ ਪਤਾ ਨਹੀਂ ਸਾਇੰਸਦਾਨਾਂ ਨੂੰ ਲੱਗਾ। ਇਹਦੇ ਵਿੱਚ ਜਿਹੜੇ ਸਾਡੇ এনवायरमेंट ਦੇ, ਸਾਡੇ ਵਾਤਾਵਰਣ ਦੇ ਤੇ ਸਾਡੇ ਜੈਨੇਟਿਕ ਜਿਹੜੇ ਸਾਡੇ ਕਾਰਨ ਹੈਗੇ ਆ, ਉਹ ਇਨਵੋਲਵ ਹੋ ਸਕਦੇ ਹੈਗੇ ਆ। ਇਸ ਤਰ੍ਹਾਂ ਸੋਚਿਆ ਜਾ ਸਕਦਾ ਹੈਗਾ ਆ। ਸਟੱਡੀਜ਼ ਸ਼ੋ ਕਰਦੀਆਂ ਕਿ 50% ਜਿਹੜੇ ਲੋਕ ਹੈਗੇ ਆ, ਜਦੋਂ ਉਹ 51 ਤੋਂ 60 ਸਾਲ ਦੀ ਉਮਰ ਦੇ ਵਿੱਚ ਹੁੰਦੇ ਆ, 51 ਤੋਂ 60 ਸਾਲ ਦੀ ਉਮਰ ਦੇ ਵਿੱਚ ਜਦੋਂ ਹੁੰਦੇ ਆ, ਤੇ ਉਹਨਾਂ ਦੇ ਵਿੱਚੋਂ 50% ਲੋਕਾਂ ਨੂੰ ਇਹ ਪ੍ਰੋਬਲਮ, ਇਹ ਵਾਧਾ ਜਿਹੜਾ ਆ, ਇਹ ਹੋ ਜਾਂਦਾ ਹੈਗਾ ਆ। ਤੇ 90% ਲੋਕ ਜਿਹੜੇ 80 ਸਾਲ ਤੋਂ ਉੱਪਰ ਹੈਗੇ ਆ, ਉਹਨਾਂ ਨੂੰ ਅਗਰ ਉਹਨਾਂ ਦੀ ਗਦੂਦਾਂ ਨੂੰ ਮਾਈਕਰੋਸਕੋਪ ਥੱਲੇ ਟੈਸਟ ਕੀਤਾ ਜਾਵੇ, ਤਾਂ ਉਹਨਾਂ ਦਾ ਵੀ ਵਾਧਾ ਜਿਹੜਾ ਹੈਗਾ ਆ, ਉਹ ਹੋ ਜਾਂਦਾ ਹੈਗਾ। ਇਹ ਬਹੁਤ ਹੀ, ਇਹਦਾ ਦੱਸਣ ਦਾ ਮਤਲਬ ਇਹ ਆ ਕਿ ਇਹ ਬਹੁਤ ਹੀ ਕਾਮਨ ਡਿਜ਼ੀਜ਼ ਹੈਗੀ ਆ, ਜਿਹੜੀ ਕਿ ਆਮ ਲੋਕਾਂ ਨੂੰ ਹੁੰਦੀ ਹੈਗੀ ਆ। ਇਹ ਜਿਹੜਾ ਗਦੂਦਾਂ ਦਾ ਵਾਧਾ ਹੈਗਾ ਆ, ਇਹ ਗਦੂਦਾਂ ਦਾ ਵਾਧਾ ਹੁੰਦਾ, ਤੇ ਆਲੇ ਦੁਆਲੇ ਦੇ ਜਿਹੜੇ ਟਿਸ਼ੂਜ਼ ਹੈਗੇ ਆ, ਜਿਨ੍ਹਾਂ ਦੇ ਵਿੱਚ ਗਦੂਦ ਪਏ ਹੁੰਦੇ ਆ, ਉਹਨਾਂ ਦਾ ਟਿਸ਼ੂਜ਼ ਦਾ ਵੀ ਵਾਧਾ ਹੋ ਜਾਂਦਾ ਹੈਗਾ ਆ। 2 ਤਰ੍ਹਾਂ ਦਾ ਗਰੋਥ ਪੀਰੀਅਡ ਹੁੰਦਾ, ਵਾਧੇ ਦਾ ਪੀਰੀਅਡ ਹੁੰਦਾ ਪ੍ਰੋਸਟੇਟ ਦਾ ਜਾਂ ਗਦੂਦਾਂ ਦਾ। ਇੱਕ ਤਾਂ ਪਹਿਲਾ ਜਿਹੜਾ ਹੈ, ਜਦੋਂ ਪਿਊਬਰਟੀ, ਜਦੋਂ
ਲੜਕਾ ਆਪਣੀ ਜਵਾਨੀ ਦੇ ਵਿੱਚ ਸ਼ੁਰੂ ਹੁੰਦਾ ਹੈ, ਉਦੋਂ ਗਦੂਦ ਥੋੜੇ ਵੱਧਦੇ ਹੈਗੇ ਆ, ਤੇ ਜਦੋਂ ਕਿ ਬਚਪਨ ਨਾਲੋਂ, ਬੱਚੇ ਨਾਲੋਂ ਡਬਲ ਸਾਈਜ਼ ਹੋ ਜਾਂਦਾ ਹੈਗਾ ਆ। ਫਿਰ ਸੈਕੰਡ ਜਿਹੜਾ ਗਦੂਦਾਂ ਦਾ ਵਧਣਾ ਹੈ, ਉਹ 25 ਸਾਲ ਦੀ ਉਮਰ ਦੇ ਵਿੱਚ ਵਧਣਾ ਸ਼ੁਰੂ ਹੁੰਦਾ ਹੈਗਾ, ਤੇ ਥਰੂ ਆਊਟ ਲਾਈਫ ਥੋੜੀ ਥੋੜੀ ਗਦੂਦਾਂ ਦਾ ਵਾਧਾ ਹੁੰਦਾ ਰਹਿੰਦਾ ਹੈਗਾ ਆ। ਤੇ ਜਿੱਦਾਂ ਜਿੱਦਾਂ ਤੁਸੀਂ ਏਜ ਤੁਹਾਡੀ ਵੱਧਦੀ ਹੈਗੀ ਆ, ਤੇ ਜਿਹੜੇ ਗਦੂਦ ਹੈਗੇ ਆ ਉਹ ਵੱਧਦੇ ਰਹਿੰਦੇ ਹੈਗੇ ਆ। ਤੇ ਅਸੀਂ ਗਦੂਦਾਂ ਦਾ ਵਧਣ ਵਾਲਾ BPH, ਜਿਹਨੂੰ ਅਸੀਂ ਕਹਿੰਦੇ ਆ ਕਿ ਬਿਨਾਈਨ ਪ੍ਰੋਸਟੇਟ ਹਾਈਪਰਟ੍ਰੋਫੀ, ਅਸੀਂ ਉਦੋਂ ਕਹਿੰਦੇ ਆ ਜਦੋਂ ਇਹ ਇਸ ਵਾਧੇ ਦੇ ਨਾਲ ਪੇਸ਼ੈਂਟ ਨੂੰ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਆ। ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਆਪਾਂ ਅੱਗੇ ਡਿਸਕਸ ਕਰਦੇ ਆ। ਜਿੰਨਾ ਚਿਰ ਉਹ ਪ੍ਰੋਬਲਮਸ ਨਹੀਂ ਹੁੰਦੀਆਂ, ਉਦੋਂ ਤੱਕ ਅਸੀਂ ਇਹਨੂੰ ਵਾਧਾ ਕੰਸੀਡਰ ਨਹੀਂ ਕਰਦੇ। ਇਹਦਾ ਸਾਈਜ਼ ਜਿਹੜਾ ਗਦੂਦਾਂ ਦਾ ਹੁੰਦਾ ਆ, ਤਕਰੀਬਨ ਵਾਲਨਟ, ਜਿਹੜਾ ਅਖਰੋਟ ਦੇ ਜਿੰਨਾ ਅਖਰੋਟ ਹੁੰਦਾ, ਉਸ ਸਾਈਜ਼ ਦਾ ਹੁੰਦਾ, ਜਾਂ ਗੋਲਫ ਬਾਲ, ਜਿਹੜਾ ਗੋਲਫ ਬਾਲ ਜਿਹਨੂੰ ਕਹਿ ਦਿੰਦੇ ਆ, ਉਹਦੇ ਮੁਤਾਬਕ ਹੁੰਦਾ ਆ। ਤੇ ਇਹ ਤਕਰੀਬਨ ਵੱਧ ਕੇ ਇੱਕ ਸੰਤਰੇ ਦੇ ਆਕਾਰ ਦਾ ਹੋ ਸਕਦਾ ਹੈਗਾ ਆ। ਤੇ ਇਹਦਾ ਨਾਰਮਲ weight ਜਿਹੜਾ ਹੈ ਤਕਰੀਬਨ 1 ਔਂਸ ਦੇ ਕਰੀਬ 30 ml ਜਾਂ 30 ਗ੍ਰਾਮ ਦੇ ਬਰਾਬਰ ਹੁੰਦਾ ਹੈਗਾ ਆ। ਜਦੋਂ ਇਹ ਗਲੈਂਡ ਜਿਹੜੀ ਇਹ ਗਦੂਦ ਹੈ ਇਹ ਜ਼ਿਆਦਾ ਵੱਧਦੇ ਹੈਗੇ ਆ, ਤੇ ਇਹ ਸਾਡੀ ਜਿਹੜੀ ਪਿਸ਼ਾਬ ਵਾਲੀ ਨਾਲੀ ਹੈਗੀ ਆ ਉਹਨੂੰ ਘੁੱਟ ਲੈਂਦੇ ਆ, ਤੇ ਉਹਦੇ ਘੁੱਟਣ ਦੇ ਨਾਲ ਹੀ ਜਿੰਨੇ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਆ, ਉਹਦੇ ਨਾਲ ਸਾਡੇ ਪਿਸ਼ਾਬ ਦੇ ਵਿੱਚ ਤੇ ਉਹਦੇ ਤੋਂ ਉੱਪਰ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਆ ਉਹ ਹੁੰਦੀਆਂ ਆ, ਕਿਉਂਕਿ ਇਹ ਜਿਹੜੀ ਗਲੈਂਡ ਹੈਗੀ ਆ, ਇਹ ਉਸ ਯੂਰੇਥਰਾ ਦੇ ਜਿਹੜਾ ਪਿਸ਼ਾਬ ਦੀ ਨਾਲੀ ਆ ਉਹਦੇ ਆਲੇ ਦੁਆਲੇ ਹੁੰਦੀ ਹੈਗੀ ਆ। ਤੇ ਜਦੋਂ ਇਹ ਵੱਧਦੀ ਹੈਗੀ ਆ ਤਾਂ ਇਹ ਘੁੱਟ ਲੈਂਦੇ ਹੈਗੇ ਆ ਯੂਰੇਥਰਾ ਨੂੰ, ਔਰ ਉਹਦੇ ਨਾਲ ਜਿਹੜੀ ਸਕਵੀਜ਼ ਹੋ ਜਾਂਦਾ ਯੂਰੇਥਰਾ, ਤੇ ਫਿਰ ਉਹਦੇ ਵਿੱਚੋਂ ਪਿਸ਼ਾਬ ਦਾ ਲੰਘਣਾ ਜਿਹੜਾ ਹੈਗਾ ਆ ਉਹ ਡਿਫਿਕਲਟ ਹੋ ਜਾਂਦਾ ਹੈਗਾ ਆ, ਤੇ ਉਹ ਸਾਰੇ ਸਿੰਪਟਮ ਜਿਹੜੇ ਹੈਗੇ ਆ ਉਹ ਦਿੰਦਾ ਹੈਗਾ ਆ। ਬਲੈਡਰ ਵਾਲ ਜਿਹੜੀ ਹੈਗੀ ਆ, ਉਹਦੇ ਉੱਪਰ ਜਿਹੜਾ ਸਾਡਾ ਮਸਾਨਾ ਹੈਗਾ ਆ, ਉਹਦੀ ਜਿਹੜੀ ਕੰਧ ਹੈਗੀ ਆ ਉਹ ਵੀ ਮੋਟੀ ਹੋ ਜਾਂਦੀ ਆ, ਕਿਉਂਕਿ ਉਹਨੂੰ ਜ਼ੋਰ ਲਗਾ ਕੇ ਜ਼ਿਆਦਾ ਕੰਮ ਕਰਕੇ ਮਤਲਬ ਪਿਸ਼ਾਬ ਕੱਢਣਾ ਪੈਂਦਾ ਆ, ਇਸ ਕਰਕੇ ਉਹ ਵੀ ਥਿਕ ਹੋ ਜਾਂਦਾ ਹੈਗਾ ਆ। ਟਾਈਮ ਪੈਣ ਦੇ ਨਾਲ ਬਲੈਡਰ ਜਿਹੜਾ ਆ ਉਹ ਫਿਰ ਕਮਜ਼ੋਰ ਹੋ ਜਾਂਦਾ ਆ, ਤੇ ਉਹਦੇ ਨਾਲ ਪੂਰੀ ਤਰ੍ਹਾਂ ਸਾਡਾ ਪਿਸ਼ਾਬ ਜਿਹੜਾ ਆ ਉਹ ਬਾਹਰ ਕੱਢਣ ਦੇ ਕਾਬਲ ਨਹੀਂ ਰਹਿੰਦਾ। ਫਿਰ ਪਿਸ਼ਾਬ ਜਿਹੜਾ ਆ ਬਲੈਡਰ ਦੇ ਵਿੱਚ ਰਹਿੰਦਾ ਹੈਗਾ ਆ, ਤੇ ਉਹਨੂੰ ਅਸੀਂ ਰਿਟੈਂਸ਼ਨ ਆਫ ਯੂਰਿਨ ਕਹਿੰਦੇ ਹੈਗੇ ਆ, ਕਿ ਉਹ ਪਿਸ਼ਾਬ ਅੰਦਰ ਜਦੋਂ ਕਰਕੇ ਵੀ ਹਟੋ ਤੇ ਉਸ ਤੋਂ ਬਾਅਦ ਵੀ ਪਿਸ਼ਾਬ ਅੰਦਰ ਰਹਿ ਜਾਂਦਾ ਹੈ। ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆ, ਇਹਨਾਂ ਨੂੰ ਅਸੀਂ ਲੋਅਰ ਯੂਰੀਨਰੀ ਟਰੈਕਟ ਸਿੰਪਟਮਸ ਕਹਿੰਦੇ ਹੈਗੇ ਆ, ਜਿਹੜੇ ਕਿ ਪ੍ਰੋਸਟੇਟ ਦੇ ਜਾਂ ਗਦੂਦਾਂ ਦੇ ਵਧਣ ਦੇ ਨਾਲ ਹੁੰਦੇ ਹੈਗੇ ਆ। ਤੇ ਜੇ ਤੁਸੀਂ ਯੂਰਿਨ ਨੂੰ ਪਾਸ ਨਹੀਂ ਕਰ ਸਕਦੇ, ਪਿਸ਼ਾਬ ਤੁਹਾਡਾ ਬੰਦ ਹੋ ਗਿਆ ਹੈਗਾ ਆ, ਤੇ ਉਹਨੂੰ ਅਸੀਂ ਰਿਟੈਂਸ਼ਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੇ, ਕਹਿੰਦੇ ਹੈਗੇ ਆ। ਫਿਰ ਉਹਦੇ ਨਾਲ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ ਹੋਰ ਬੜੀਆਂ ਹੋ ਸਕਦੀਆਂ ਹੈਗੀਆਂ ਆ, ਕਿਉਂਕਿ ਜੇ ਤੁਸੀਂ ਪਿਸ਼ਾਬ ਨਹੀਂ ਤੁਹਾਨੂੰ ਆਉਂਦਾ, ਬੰਦ ਹੋ ਗਿਆ ਆ, ਉਹਦੇ ਨਾਲ ਕੀ ਹੁੰਦਾ ਆ ਕਿ ਬੈਕ ਪ੍ਰੈਸ਼ਰ ਦੇ ਨਾਲ ਫਿਰ ਤੁਹਾਨੂੰ ਉਹਦੇ ਵਿੱਚ ਗੁਰਦਿਆਂ ਦੇ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਆ। ਤਾਂ ਉਹਦੇ ਨਾਲ ਜਿਹੜੇ ਗੁਰਦੇ ਵੀ ਹੈਗੇ ਆ, ਉਹਨਾਂ ਦੇ ਵਿੱਚ ਇੱਕ ਤਾਂ ਗੁਰਦਿਆਂ ਦੇ ਵਿੱਚ ਬੈਕ ਪ੍ਰੈਸ਼ਰ ਦੇ ਨਾਲ ਉਹ ਹਾਈਡਰੋਨੇਫਰੋਸਿਸ ਹੋ ਜਾਂਦਾ ਆ, ਜਿਹਨੂੰ ਅਸੀਂ ਜਿਹੜੀਆਂ ਗੁਰਦੇ ਦੀਆਂ ਥੈਲੀਆਂ ਹੈਗੀਆਂ ਉਹ ਵੱਧ ਜਾਂਦੀਆਂ ਹੈਗੀਆਂ ਆ। ਫਿਰ ਗੁਰਦਾ ਜਿਹੜਾ ਹੈਗਾ ਆ ਉਹ ਕੰਮ ਕਰਨਾ ਵੀ ਬੰਦ ਕਰ ਸਕਦਾ ਹੈਗਾ ਆ। ਇਸ ਕਰਕੇ ਜਿਹੜੀ ਜਦੋਂ ਪਿਸ਼ਾਬ ਜਿਹੜਾ ਆ ਉਹ ਨਹੀਂ ਆਉਂਦਾ, ਰੁਕ ਜਾਂਦਾ ਹੈਗਾ ਆ, ਤਾਂ ਉਹਨੂੰ ਫਿਰ ਬਹੁਤ ਜ਼ਿਆਦਾ ਜ਼ਰੂਰਤ ਹੈ ਅਟੈਂਸ਼ਨ ਦੀ। ਉਸ ਵੇਲੇ ਸਾਨੂੰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈਗੀ ਆ। ਇਹ ਫੋਟੋ ਹੈ ਜਿਸ ਦੇ ਵਿੱਚ ਨਾਰਮਲ ਦਿਖਾਇਆ ਗਿਆ ਹੈ ਕਿ ਨਾਰਮਲ ਜਿਹੜੀ ਪ੍ਰੋਸਟੇਟ ਹੈ ਉਹ ਕਿੰਨੀ ਹੁੰਦੀ ਆ, ਤੇ ਜਦੋਂ ਇਨਲਾਰਜ ਹੋ ਜਾਂਦੀ, ਜਦੋਂ ਪ੍ਰੋਸਟੇਟ ਇਨਲਾਰਜ ਹੋ ਜਾਂਦੀ ਆ, ਤੇ ਫਿਰ ਇਸ ਤਰ੍ਹਾਂ ਦੀ ਹੈ। ਇਹ ਵੱਡੀ ਫੋਟੋ ਦਿਖਾਈ ਗਈ ਹੈ ਕਿ ਇਨਲਾਰਜਡ ਪ੍ਰੋਸਟੇਟ ਗਲੈਂਡ ਕਿੱਡੀ ਹੈ। ਆ ਇਨਲਾਰਜਡ ਪ੍ਰੋਸਟੇਟ ਹੈ, ਔਰ ਆ ਮਸਾਨਾ ਹੈ, ਮਸਾਨੇ ਦੇ ਥੱਲੇ ਹੈ
ਯੂਰੇਥਰਾ ਆ ਰਿਹਾ ਹੈ, ਪਿਸ਼ਾਬ ਦੀ ਨਾਲੀ ਆ ਰਹੀ ਹੈ, ਉਹ ਬਹੁਤ ਕੰਸਟ੍ਰਿਕਟਿਡ ਹੋ ਗਈ ਹੈ, ਕਿਉਂਕਿ ਜਿਹੜੀ ਵਧੀ ਹੋਈ ਪ੍ਰੋਸਟੇਟ ਸੀ ਉਹਨੇ ਇਹਨੂੰ ਸਕੁਈਜ਼ ਕਰ ਲਿਆ ਹੈ। ਸੋ ਇਸ ਤਰ੍ਹਾਂ ਸਕੁਈਜ਼ ਕਰਕੇ ਫਿਰ ਪਿਸ਼ਾਬ ਜਿਹੜਾ ਹੈਗਾ ਆ ਉਹ ਥੱਲੇ ਆਉਣ ਦੀ ਬਜਾਏ ਵਿੱਚ ਹੀ ਰਹਿ ਜਾਂਦਾ ਹੈ। ਇਸ ਤਰ੍ਹਾਂ ਇਹ ਪ੍ਰੋਬਲਮ ਸਾਡੇ ਸਰੀਰ ਦੇ ਵਿੱਚ ਹੁੰਦੀ ਹੈਗੀ ਆ। ਇੰਸੀਡੈਂਸ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ 40 ਸਾਲ ਦੇ ਆਦਮੀ ਹੈਗੇ ਆ, ਉਹਨਾਂ ਵਿੱਚ 8% ਹੁੰਦੀ ਆ। ਮੈਨ ਇਨ ਦੇਅਰ 60 ਸਾਲਾਂ ਦੇ 60% ਹੋ ਜਾਂਦੀ ਆ, ਤੇ ਮੈਨ ਇਨ ਦੇਅਰ 90s ਹੈ 80% to 90% ਜਿਹੜਾ ਹੈ ਉਹ ਇੰਸੀਡੈਂਸ ਹੈਗੀ ਆ। ਇਸ ਲਈ ਇਹ ਦੱਸਣਾ ਹੈ ਕਿ ਇਹ ਬਹੁਤ ਹੀ ਕਾਮਨ ਬਿਮਾਰੀ ਹੈ। ਇਹ ਤਕਰੀਬਨ ਹਰ ਇੱਕ ਨੂੰ ਹੁੰਦੀ ਹੈਗੀ ਆ। ਕਿਉਂ ਇਹ ਹੁੰਦੀ ਹੈਗੀ ਆ? ਇੱਕ ਨਾਰਮਲ ਪ੍ਰੋਸਟੇਟ ਜਿਹੜੀ ਆ ਉਹ ਇਸ ਵਾਧਾ ਕਿਉਂ ਹੁੰਦਾ ਆ? ਇੱਕ ਹਾਰਮੋਨ ਹੈ ਸਾਡਾ ਜਿਹੜਾ ਸਾਡੇ ਆਦਮੀਆਂ ਦੇ ਵਿੱਚ ਹੁੰਦਾ ਆ, ਉਹਨੂੰ ਕਹਿੰਦੇ ਟੈਸਟੋਸਟੇਰੋਨ। ਟੈਸਟੋਸਟੇਰੋਨ ਜਦੋਂ ਬਦਲ ਕੇ ਡਾਈਹਾਈਡਰੋ ਟੈਸਟੋਸਟੇਰੋਨ ਬਣਦਾ ਹੈਗਾ ਆ, ਤੇ ਸਾਇੰਸਦਾਨ ਕਹਿੰਦੇ ਆ ਕਿ ਉਹ ਇਹਦਾ ਕਾਰਨ ਬਣਦਾ ਹੈਗਾ ਆ। ਫਿਰ ਜਦੋਂ ਜਿੱਦਾਂ ਉਮਰ ਵੱਧਦੀ ਹੈਗੀ ਆ, ਉਦੋਂ ਓਦਾਂ ਟੈਸਟੋਸਟੇਰੋਨ ਵੀ ਘਟ ਜਾਂਦਾ ਹੈ। ਟੈਸਟੋਸਟੇਰੋਨ ਘਟਣ ਦੇ ਨਾਲ ਐਸਟ੍ਰੋਜਨ ਜਿਹੜਾ ਹੈ, ਲੇਡੀਜ਼ ਦਾ ਹਾਰਮੋਨ ਹੈਗਾ, ਉਹ ਵੀ ਆਦਮੀਆਂ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈਗਾ ਆ, ਤੇ ਉਹਦੇ ਨਾਲ ਵੀ ਇਹ ਜਿਹੜਾ ਹੈਗਾ ਆ ਗਦੂਦਾਂ ਦਾ ਵਧਣਾ, ਉਹ ਵੀ ਦੇਖਿਆ ਗਿਆ ਹੈ। ਟਾਈਮ ਜਿਸ ਤਰ੍ਹਾਂ ਏਜ ਵੱਧਦੀ ਹੈ, ਉਹਦੇ ਨਾਲ ਵੀ ਇਹ ਜਿਹੜੀ ਪ੍ਰੋਸਟੇਟ ਹੈਗੀ ਆ ਜਾਂ ਗਦੂਦ ਹੈਗੇ ਆ, ਉਹ ਵੱਧਦੇ ਹੈਗੇ ਆ। ਸੋ ਇਹ ਕੁਛ ਇੱਕ ਕਾਰਨ ਹੈ, ਪਰ ਐਕਚੁਅਲ ਕਾਰਨ ਜਿਹੜਾ ਹੈ ਉਹ ਹਾਲੇ ਤੱਕ ਸਾਨੂੰ ਪਤਾ ਨਹੀਂ ਲੱਗਾ। ਇਹ ਇੱਕ ਸੰਭਾਵਨਾਵਾਂ ਹੈ ਕਿ ਇਸ ਤਰ੍ਹਾਂ ਇਹ ਵੱਧਦੀ ਹੈ। ਸਾਈਨਸ ਐਂਡ ਸਿੰਪਟਮਸ, ਇਹਦੀਆਂ ਅਲਾਮਤਾਂ ਕੀ ਹੈਗੀਆਂ ਆ? ਇੱਕ ਤਾਂ ਇਹ ਹੈ ਕਿ ਜਦੋਂ ਇਹ ਗਦੂਦ ਵੱਧਦੇ ਆ ਤਾਂ ਸਲੋ ਯੂਰਿਨ ਸਟ੍ਰੀਮ, ਜਿਹੜੀ ਯੂਰਿਨ ਦਾ, ਪਿਸ਼ਾਬ ਦਾ ਫਲੋ ਹੈਗਾ ਆ ਜਾਂ ਧਾਰ ਜਿਹਨੂੰ ਕਹਿੰਦੇ ਆ, ਉਹ ਬਹੁਤ ਹੀ ਧੀਮੀ ਹੋ ਜਾਂਦੀ ਹੈਗੀ ਆ। ਜਦੋਂ ਪਿਸ਼ਾਬ ਦੀ ਹਾਜਤ ਹੁੰਦੀ ਆ ਤੇ ਮਰੀਜ਼ ਇਹ ਚਾਹੁੰਦਾ ਕਿ ਸਟ੍ਰੇਨ ਕਰਦਾ ਉਹਨੂੰ, ਮਤਲਬ ਜ਼ੋਰ ਲਗਾ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹੈਗਾ ਆ, ਤੇ ਫੇਰ ਵੀ ਜਿਹੜਾ ਉਹਦਾ ਬਲੈਡਰ ਹੈਗਾ, ਮਸਾਨਾ ਹੈਗਾ, ਉਹ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ, ਉਹਦੇ ਵਿੱਚ ਕੁਛ ਨਾ ਕੁਛ ਪਿਸ਼ਾਬ ਰਹਿ ਜਾਂਦਾ ਹੈਗਾ ਆ। ਫਿਰ ਕਈਆਂ ਨੂੰ ਇਸ ਤਰ੍ਹਾਂ ਹੁੰਦਾ ਕਿ ਫ੍ਰੀਕੁਐਂਟ ਯੂਰੀਨੇਸ਼ਨ, ਕਿ ਉਹ ਬਾਰ-ਬਾਰ ਉਹਨਾਂ ਨੂੰ ਮਤਲਬ ਯੂਰੀਨੇਸ਼ਨ ਦੀ ਹਾਜਤ ਹੁੰਦੀ ਆ, ਔਰ ਬਾਰ-ਬਾਰ ਉਹ ਪਿਸ਼ਾਬ ਕਰਨ ਜਾਂਦੇ ਹੈਗੇ ਆ। ਤੇ ਕਈਆਂ ਨੂੰ ਪਿਸ਼ਾਬ ਕੀਤਾ, ਉਸ ਤੋਂ ਬਾਅਦ ਇਮੀਡੀਏਟਲੀ ਫੇਰ ਹਾਜਤ ਹੋ ਜਾਂਦੀ ਆ, ਕਿ ਬੇਸ਼ੱਕ ਪਿਸ਼ਾਬ ਥੋੜ੍ਹਾ ਹੀ ਆਵੇ, ਪਰ ਫੇਰ ਹਾਜਤ ਹੋ ਜਾਂਦੀ ਆ, ਤੇ ਉਹ ਇਮੀਡੀਏਟਲੀ ਫੇਰ ਜਾਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਜਦੋਂ ਬਲੈਡਰ ਦੇ ਵਿੱਚ ਯੂਰਿਨ ਦੀ ਰਿਟੈਂਸ਼ਨ ਹੋ ਜਾਂਦੀ ਆ, ਤੇ ਫਿਰ ਉਹਦੇ ਵਿੱਚ ਸਟੋਨ ਬਣਨ ਦਾ, ਪੱਥਰੀ ਬਣਨ ਦਾ ਖਤਰਾ ਰਹਿ ਜਾਂਦਾ। ਇਸ ਕਰਕੇ ਬਲੈਡਰ ਦੇ ਵਿੱਚ ਪੱਥਰੀਆਂ ਵੀ ਬਣ ਸਕਦੀਆਂ ਹੈਗੀਆਂ। ਫਿਰ ਇਸ ਕਰਕੇ ਬਲੀਡਿੰਗ ਵੀ ਹੋਣੀ ਸ਼ੁਰੂ ਹੋ ਜਾਂਦੀ ਆ, ਫਿਰ ਇਨਫੈਕਸ਼ਨਸ ਵੀ ਉਹਦੇ ਕਰਕੇ ਹੋ ਸਕਦੀ ਹੈਗੀ ਆ। ਤੇ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੰਪਲੀਟ ਇਨਐਬਿਲਿਟੀ ਟੂ ਯੂਰੀਨੇਟ, ਕਿ ਬਿਲਕੁਲ ਹੀ ਪਿਸ਼ਾਬ ਜਿਹੜਾ ਆ ਉਹ ਬੰਦ ਹੋ ਜਾਂਦਾ ਹੈਗਾ ਆ। ਇਹ ਕੁਛ ਇੱਕ ਇਹ ਸਿੰਪਟਮ ਸੀ। ਫਿਰ ਡ੍ਰਿਬਲਿੰਗ ਹੋ ਜਾਂਦੀ ਹੈਗੀ ਆ। ਕਈਆਂ ਦੇ ਪਿਸ਼ਾਬ ਜਿਹੜਾ ਆ ਕੰਟੀਨਿਊਅਸ, ਉਹਨਾਂ ਦੇ ਜਿਹੜੇ ਸਫਿੰਕਟਰ ਹੈਗੇ ਆ, ਜਿਹੜੇ ਕੰਟਰੋਲ ਕਰਦੇ ਆ ਪਿਸ਼ਾਬ ਨੂੰ ਰੋਕਣ ਦੇ ਵਿੱਚ, ਉਹ ਵੀ ਇਫੈਕਟ ਹੋ ਜਾਂਦੇ ਆ, ਤੇ ਉਹਦੇ ਨਾਲ ਕੀ ਆ ਕਿ ਪਿਸ਼ਾਬ ਲਗਾਤਾਰ ਹੀ ਰਿਸਦਾ ਰਹਿੰਦਾ ਹੈਗਾ ਆ, ਤੇ ਇਸ ਤਰ੍ਹਾਂ ਉਹ ਪਿਸ਼ਾਬ ਨੂੰ ਕੰਟਰੋਲ ਨਹੀਂ ਕਰ ਸਕਦੇ। ਉਹਦੇ ਨਾਲ ਫਿਰ ਕਈ ਵਾਰੀ ਲੋ ਬੈਕ, ਪਿੱਛੇ ਕਮਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਨੋਕਚੂਰੀਆ ਜਿਹਦਾ ਹੈ ਕਿ ਰਾਤ ਵੇਲੇ ਜਿਹੜਾ ਹੈ ਪਿਸ਼ਾਬ ਦੇ ਲਈ ਉਹਨਾਂ ਨੂੰ ਕਈ ਵਾਰੀ ਉੱਠਣਾ ਪੈਂਦਾ ਹੈਗਾ ਆ। ਕਈ ਵਾਰੀ ਤਾਂ ਅਰਜੈਂਸੀ ਵੀ ਹੋ ਜਾਂਦੀ ਆ ਕਿ ਉਹ ਮਤਲਬ ਪਿਸ਼ਾਬ ਨੂੰ ਰੋਕ ਹੀ ਨਹੀਂ ਸਕਦੇ, ਉਹਨਾਂ ਦਾ ਪਿਸ਼ਾਬ ਨਿਕਲਣ ਵਾਲਾ ਹੋ ਜਾਂਦਾ, ਕਿ ਇੰਨੀ ਕਾਹਲੀ ਦੇ ਵਿੱਚ ਉਹਨਾਂ ਨੂੰ ਆਉਂਦਾ ਹੋਵੇ। ਹੈਸੀਟੈਂਸੀ ਹੋ ਜਾਂਦੀ ਆ, ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਪਿਸ਼ਾਬ ਜਿਹੜਾ ਹੈਗਾ ਆ, ਉਹ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਪਿਸ਼ਾਬ ਨਿਕਲਦਾ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਜ਼ਿਆਦਾ ਜ਼ੋਰ ਲਗਾਉਂਦੇ ਆ, ਤੇ ਪਿਸ਼ਾਬ ਜਿਹੜਾ ਆ ਨਿਕਲਣ ਦੀ ਬਜਾਏ ਬੰਦ ਹੋ ਜਾਂਦਾ ਹੈਗਾ ਆ। ਫਿਰ ਤੁਸੀਂ ਥੋੜ੍ਹਾ ਬਹੁਤ ਰਿਲੈਕਸ ਕਰੋਗੇ, ਫਿਰ ਤੁਹਾਡਾ ਪਿਸ਼ਾਬ ਜਿਹੜਾ ਹੈ ਨਿਕਲਦਾ ਹੈਗਾ ਆ। ਫਿਰ ਇੰਟਰਮਿਟੈਂਸੀ ਹੋ ਜਾਂਦੀ ਆ, ਕਿ ਬਾਰ-ਬਾਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤੁਹਾਨੂੰ ਪਿਸ਼ਾਬ ਦੀ ਹਾਜਤ ਜਿਹੜੀ ਆ, ਉਹ ਲਗਾਤਾਰ ਬਣੀ ਰਹਿੰਦੀ ਹੈਗੀ ਆ।
ਇਹਨੂੰ ਅਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਕਿ ਇਹ ਸਾਡਾ ਗਦੂਦਾਂ ਦਾ ਜਿਹੜਾ ਹੈ ਉਹ ਵਾਧਾ ਹੋ ਗਿਆ ਹੈਗਾ? ਇੱਕ ਤਾਂ ਜਿਹੜੇ ਸਿੰਪਟਮਸ ਜਿੰਨੇ ਮੈਂ ਦੱਸੇ ਹੈਗੇ ਆ, ਅਗਰ ਕਿਸੇ ਨੂੰ ਇਸ ਤਰ੍ਹਾਂ ਦੇ ਸਿੰਪਟਮਸ ਹੈਗੇ, ਇਸ ਤਰ੍ਹਾਂ ਦੀਆਂ ਅਲਾਮਤਾਂ ਹੈਗੀਆਂ, ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਸਾਨੂੰ ਪਤਾ ਲੱਗ ਸਕਦਾ ਹੈਗਾ ਆ। ਦੂਸਰਾ, ਅਸੀਂ ਫਲੋਮੀਟਰੀ ਇੱਕ ਹੁੰਦਾ ਆ ਜਿਹਦੇ ਨਾਲ ਪਿਸ਼ਾਬ ਦੀ ਜਿਹੜੀ ਫਲੋ ਹੈਗੀ ਆ, ਉਹ ਅਸੀਂ ਦੇਖ ਸਕਦੇ ਹੈਗੇ ਆ ਕਿ ਕਿੰਨਾ ਫਲੋ ਹੈਗਾ ਆ। ਕਿ ਇਸ ਤਰ੍ਹਾਂ ਅਸੀਂ ਅਲਟਰਾਸਾਊਂਡ ਦੇ ਨਾਲ ਇਹ ਵੀ ਦੇਖ ਸਕਦੇ ਹਾਂ ਕਿ ਪਿਸ਼ਾਬ ਜਿਹੜਾ ਹੈ ਉਹ ਬਾਕੀ ਤੁਹਾਡੇ ਕਰਨ ਤੋਂ ਬਾਅਦ ਕਿੰਨਾ ਬਲੈਡਰ ਦੇ ਵਿੱਚ ਰਹਿ ਗਿਆ ਹੈਗਾ ਆ। ਫਿਰ ਕਈ ਵਾਰੀ ਅਸੀਂ ਯੂਰੀਨ ਦਾ ਐਨਾਲਿਸਿਸ ਕਰਦੇ ਹਾਂ, ਯੂਰੀਨ ਦਾ ਟੈਸਟ ਕਰਦੇ ਹਾਂ ਕਿ ਉਹਦੇ ਵਿੱਚ ਕੀ ਕੁਛ ਖਰਾਬੀਆਂ ਹੈਗੀਆਂ। ਫਿਰ ਇੱਕ ਜਿਹੜੇ ਡਾਕਟਰਸ ਹੈਗੇ ਆ ਉਹ ਟੈਸਟ ਕਰਦੇ ਆ ਡਿਜੀਟਲ ਰੈਕਟਲ ਐਗਜ਼ਾਮੀਨੇਸ਼ਨ। ਉਹ ਆਪਣੇ ਜਿਹੜੀ ਇੰਡੈਕਸ ਫਿੰਗਰ ਹੈਗੀ ਆ ਉਹਦੇ ਉਹ ਗੁਦਾ ਦੇ ਵਿੱਚ ਪਾ ਕੇ ਤੇ ਉਹਦੇ ਨਾਲ ਟੈਸਟ ਕਰਦੇ ਆ ਕਿ ਗਦੂਦ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਹੈਗੇ ਆ। ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਸਾਈਜ਼ ਕਿੰਨਾ ਹੈ ਗਦੂਦਾਂ ਦਾ, ਫਿਰ ਉਹਨਾਂ ਦੀ ਕੰਸਿਸਟੈਂਸੀ ਕਿੱਦਾਂ ਦੀ ਹੈਗੀ ਆ। ਜੇ ਤਾਂ ਉਹ ਰਬੜੀ ਹੈਗੇ ਆ, ਫਾਈਬਰੋ ਇਲਾਸਟਿਕ ਹੈਗੇ ਆ, ਰਬਰੀ ਟਾਈਪ ਹੈਗੇ ਆ, ਪੋਲੇ-ਪੋਲੇ ਹੈਗੇ ਆ ਜਾਂ ਠੀਕ ਹੈਗੇ ਆ, ਤਾਂ ਫਿਰ ਅਸੀਂ ਕਹਿੰਦੇ ਆ ਕਿ ਇਹ ਗਦੂਦਾਂ ਗਦੂਦਾਂ ਦਾ ਵਾਧਾ ਹੈਗਾ ਆ। ਅਗਰ ਉਹੀ ਗਦੂਦ ਏਦਾਂ ਰੌਕ ਹਾਰਡ ਹੈ, ਜਿੰਨਾ ਪੱਥਰ ਹੁੰਦਾ ਹੈ, ਇੰਨੇ ਸਖਤ ਹੋ ਗਏ ਆ, ਫਿਰ ਅਸੀਂ ਉਹ ਸਮਝਦੇ ਹੈਗੇ ਆ ਕਿ ਇਹ ਜਿਹੜਾ ਗਦੂਦ ਹੈਗੇ ਆ, ਇਹਦੇ ਵਿੱਚ ਕੈਂਸਰ ਹੋ ਗਿਆ ਹੈਗਾ। ਕਿਉਂਕਿ ਕੈਂਸਰ ਵਾਲਾ ਜਿਹੜਾ ਗਦੂਦ ਹੈ, ਉਹ ਸਟੋਨੀ ਹਾਰਡ ਹੋ ਜਾਂਦਾ, ਰੌਕ ਹਾਰਡ ਹੋ ਜਾਂਦਾ, ਇੰਨਾ ਕੁ ਹਾਰਡ ਹੋ ਜਾਂਦਾ ਕਿ ਜਦੋਂ ਅਸੀਂ ਉਹਨੂੰ ਟੱਚ ਕਰਦੇ ਹਾਂ, ਤਾਂ ਏਦਾਂ ਪਤਾ ਲੱਗਦਾ ਕਿ ਪੱਥਰ ਨੂੰ ਅਸੀਂ ਟੱਚ ਕਰ ਰਹੇ ਹਾਂ। ਪਰ ਜਿਹੜੇ ਨਾਰਮਲ ਬਨਾਈਨ ਪ੍ਰੋਸਟੇਟ ਇਨਲਾਰਜਮੈਂਟ ਹੈ, ਜਿਹੜੀ ਸੁਭਾਵਕ ਵਾਧਾ ਹੈਗਾ ਆ, ਉਹ ਇੱਕ ਰਬੜੀ ਟਾਈਪ ਫਾਈਬਰੋ ਇਲਾਸਟਿਕ ਜਿਹੜਾ ਹੈ, ਉਹ ਫੀਲ ਫਿੰਗਰ ਨੂੰ ਉਂਗਲੀ ਨੂੰ ਦਿੰਦੇ ਹੈਗੇ ਆ। ਇਸ ਤਰ੍ਹਾਂ ਅਸੀਂ ਸਾਈਜ਼ ਵੀ ਪਤਾ ਕਰ ਸਕਦੇ ਹਾਂ ਕਿ ਉਹਦਾ ਕਿੰਨਾ ਸਾਈਜ਼ ਵਧਿਆ ਹੈਗਾ ਆ, ਤੇ ਇਹ ਵੀ ਪਤਾ ਕਰ ਸਕਦੇ ਹੈਗੇ ਆ ਕਿ ਇਹ ਨਾਰਮਲ ਵਾਧਾ ਹੈਗਾ ਆ ਜਾਂ ਇਹ ਕੈਂਸਰ ਦੀ ਸ਼ਕਲ ਧਾਰਨ ਕੀਤੀ ਹੈਗੀ ਆ। ਫਿਰ ਟ੍ਰੀਟਮੈਂਟ ਕੀ ਹੈ ਇਹਦੀ? ਇਹ ਸਾਡੇ ਸਿੰਪਟਮਸ ਜਿਹੜੇ ਹੈਗੇ ਆ ਉਹਦੇ ਉੱਤੇ ਡਿਪੈਂਡ ਕਰਦਾ ਆ ਕਿ ਕਿੰਨੇ ਸਿੰਪਟਮਸ ਹੈਗੇ ਆ। ਇਹ ਆਲਸੋ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਲਾਈਫਸਟਾਈਲ ਹੈ ਤੇ ਤੁਹਾਡੀਆਂ ਪ੍ਰੈਫਰੈਂਸਿਸ ਕੀ ਹੈਗੀਆਂ ਆ। ਫਿਰ ਇਹ ਵੀ ਕਰਦਾ ਹੈਗਾ ਕਿ ਤੁਹਾਡਾ ਜਿਹੜਾ ਪ੍ਰੋਸਟੇਟ ਦਾ ਸਾਈਜ਼ ਹੈ, ਗਦੂਦਾਂ ਦਾ ਸਾਈਜ਼ ਹੈ, ਉਹ ਕਿੱਡਾ ਕੁ ਹੈ ਤੇ ਇਹਦੀ ਅਨੋਟਮੀ ਕਿੱਦਾਂ ਦੀ ਹੈ। ਕਈ ਵਾਰੀ ਇਹਦੇ ਵਿੱਚ ਜਿਹੜੀ ਗਦੂਦ ਹੈਗੇ ਆ, ਇਹਦਾ ਕੋਈ ਪਾਰਟ ਜਿਹੜਾ ਹੈਗਾ ਆ ਉਹ ਇੱਕ ਪਾਸੇ ਨੂੰ ਵੱਧ ਗਿਆ ਹੈ, ਕੋਈ ਸੈਂਟਰਲ ਪਾਰਟ ਜਿਹੜਾ ਹੈਗਾ ਉਹੋ ਹੀ ਵੱਧ ਗਿਆ ਹੈ, ਜਾਂ ਇਸ ਤਰ੍ਹਾਂ ਦੀ ਅਨੋਟਮੀ ਜਿਹੜੀ ਉਹਦੀ ਹੈਗੀ ਆ, ਬਣਤਰ ਜਿਹੜੀ ਹੈਗੀ ਆ, ਉਹਦੇ ਤੇ ਵੀ ਇਹਦੀ ਜਿਹੜੀ ਟ੍ਰੀਟਮੈਂਟ ਹੈਗੀ ਆ ਉਹ ਡਿਪੈਂਡ ਕਰਦੀ ਹੈਗੀ ਆ। ਤੇ ਇਹਦੀ ਜਿਹੜੀ ਟ੍ਰੀਟਮੈਂਟ ਹੈ, ਇਹ ਹੋਰ ਵੀ ਜਿਹੜੀਆਂ ਹੈਲਥ ਕੰਡੀਸ਼ਨਸ ਹੈਗੀਆਂ ਕਿ ਤੁਹਾਨੂੰ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਹੈ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤਾਂ ਨਹੀਂ ਹੈ, ਸ਼ੂਗਰ ਦੀ ਪ੍ਰੋਬਲਮ ਤਾਂ ਨਹੀਂ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਈ ਜਿਹੜੀਆਂ ਹੈਲਥ ਪ੍ਰੋਬਲਮਸ ਹੈਗੀਆਂ, ਉਹਨਾਂ ਦੇ ਕਰਕੇ ਵੀ ਜਿਹੜੀ ਟ੍ਰੀਟਮੈਂਟ ਹੈਗੀ ਆ ਕਿ ਕਿਹੜੀ ਟ੍ਰੀਟਮੈਂਟ ਕਰਨੀ ਹੈਗੀ ਆ, ਉਹ ਡਿਪੈਂਡ ਕਰਦੀ ਹੈਗੀ ਆ। ਟਿਪੀਕਲੀ ਇਹ ਹੁੰਦਾ ਆ ਕਿ ਪਹਿਲਾਂ ਜਿਹੜੀਆਂ ਮੈਡੀਕੇਸ਼ਨਸ ਦਵਾਈਆਂ ਦੇ ਨਾਲ ਇਹ ਪੇਸ਼ੈਂਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਜੇ ਉਹਨਾਂ ਦਵਾਈਆਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਜਾਂ ਘੱਟ ਫਰਕ ਪੈਂਦਾ ਹੈ, ਤਾਂ ਫਿਰ ਇਹ ਪ੍ਰੋਸਟੇਟ ਸਰਜਰੀ ਜਿਹੜੀ ਹੈਗੀ ਆ ਉਹ ਇਹਦੀ ਕਰਨੀ ਪੈਂਦੀ ਹੈਗੀ ਆ। ਤੇ ਮੈਡੀਕੇਸ਼ਨਸ ਕਿਹੜੀਆਂ-ਕਿਹੜੀਆਂ ਹੈਗੀਆਂ ਆ ਜਿਹੜੀਆਂ ਕਿ ਮੈਂ ਥੋੜ੍ਹੀ ਤੁਹਾਨੂੰ ਦੱਸਦਾ ਹਾਂ। ਇੱਕ ਤਾਂ ਅਲਫਾ ਬਲੋਕਰਸ ਹੈਗੇ ਆ, ਜਿਹੜੀਆਂ ਕਿ ਅਲਫਾ ਰਿਸੈਪਟਰਸ ਇਹਦੇ ਵਿੱਚ ਹੁੰਦੇ ਹੈਗੇ ਆ ਪ੍ਰੋਸਟੇਟ ਦੇ ਵਿੱਚ, ਜਿਹੜੇ ਕਿ ਸਮੂਥ ਮਸਲਸ ਜਿਹੜੇ ਹੈਗੇ ਆ ਉਹਨਾਂ ਨੂੰ ਰਿਲੈਕਸ ਕਰ ਦਿੰਦੇ ਹੈਗੇ ਆ। ਇਹ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜੀ ਪਿਸ਼ਾਬ ਦੀ ਨਾਲੀ ਆ ਉਹ ਖੁੱਲ ਜਾਂਦੀ ਹੈਗੀ ਆ, ਤੇ ਉਹਦੇ ਨਾਲ ਫਿਰ ਪਿਸ਼ਾਬ ਜਿਹੜਾ ਹੈ ਉਹ ਈਜ਼ੀਲੀ ਪਾਸ ਹੋ ਜਾਂਦਾ ਹੈ। ਇਹ ਕਿਹੜੀਆਂ-ਕਿਹੜੀਆਂ ਦਵਾਈਆਂ ਹੈਗੀਆਂ, ਮੈਂ ਸਿਰਫ ਨਾਂ ਲੈਨਾ, ਫਲੋਮੈਕਸ ਹੈ, ਕਾਰਡੂਰਾ ਹੈ, ਡੋਕਸਾਜੋਸਿਨ ਹੈ, ਅਲਫਾਜੋਸਿਨ ਹੈ। ਇਹ ਅਲਫਾ ਬਲੋਕਰ ਵਾਲੀਆਂ ਦਵਾਈਆਂ ਹੈ। ਦੂਜੀਆਂ ਹੈਗੀਆਂ 5 ਅਲਫਾ ਰਿਡਕਟੇਜ਼ ਇਨਹਿਬਿਟਰ। ਇਹ ਪ੍ਰੋਸਟੇਟ ਨੂੰ ਸ਼੍ਰਿੰਕ ਕਰ ਦਿੰਦੀਆਂ ਆ। ਇਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਡਾਈਹਾਈਡਰੋ ਟੈਸਟੋਸਟਰੋਨ ਹੈਗਾ ਆ, ਇਹ ਉਹਨੂੰ ਬਣਾਉਣ ਦੇ ਵਿੱਚ ਰੁਕਾਵਟ ਪਾ ਦਿੰਦੀਆਂ ਹੈਗੀਆਂ।
ਕਿਉਂਕਿ ਟੈਸਟੋਸਟਰੋਨ ਜਿਹੜਾ ਹੈ ਉਹ DHT ਨਹੀਂ ਬਣਦਾ, ਡਾਈਹਾਈਡਰੋ ਟੈਸਟੋਸਟਰੋਨ ਨਹੀਂ ਬਣਦਾ, ਇਹ ਉਹਨਾਂ ਨੂੰ ਬਲੌਕ ਕਰ ਦਿੰਦੇ ਹੈ ਕਨਵਰਸ਼ਨ ਨੂੰ। ਜਿਹੜਾ ਡਾਈਹਾਈਡਰੋ ਟੈਸਟੋਸਟਰੋਨ ਹੈਗਾ ਆ, ਇਹੀ ਸਾਇੰਸਦਾਨ ਸਮਝਦੇ ਆ ਕਿ ਪ੍ਰੋਸਟੇਟ ਦਾ, ਗਦੂਦਾਂ ਦੇ ਵਧਣ ਦਾ ਕਾਰਨ ਹੈਗਾ ਆ। ਟਾਈਮ ਪਾਸ ਕਰਨ ਦੇ ਨਾਲ ਜਿਹੜਾ DHT ਹੈਗਾ, ਜਿਹੜਾ ਡਾਈਹਾਈਡਰੋ ਟੈਸਟੋਸਟਰੋਨ ਹੈਗਾ ਆ, ਉਹ ਨਹੀਂ ਬਣਦਾ ਤੇ ਉਹਦੇ ਨਾਲ ਜਿਹੜੀ ਪ੍ਰੋਸਟੇਟ ਹੈਗੀ ਆ, ਉਹ ਸਟਾਰਵ ਕਰ ਰਹਿ ਜਾਂਦੀ ਆ ਤੇ ਸ਼ਰਿੰਕ ਕਰ ਜਾਂਦੀ ਹੈਗੀ ਆ। 25% ਰਿਡਕਸ਼ਨ ਜਿਹੜੀ ਆ, ਉਹ ਸਾਈਜ਼ ਦੇ ਵਿੱਚ ਗਦੂਦਾਂ ਦੇ ਇਸ ਦਵਾਈਆਂ ਦੇ ਨਾਲ ਹੋ ਜਾਂਦੀ ਹੈਗੀ ਆ। ਜਦੋਂ ਇਹ ਸਾਈਜ਼ ਘਟ ਜਾਂਦਾ ਆ ਤੇ ਫਿਰ ਜਿਹੜਾ ਪਿਸ਼ਾਬ ਦੀ ਨਾਲੀ ਆ, ਉਹ ਖੁੱਲਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਹੈਗੇ ਆ। ਇਹ ਦਵਾਈ ਜਿਹੜੀ ਆ ਜ਼ਿਆਦਾਤਰ ਜਿਹੜੀਆਂ ਜ਼ਿਆਦਾ ਵੱਡੀਆਂ ਪ੍ਰੋਸਟੇਟ ਹੁੰਦੀਆਂ ਹੈਗੀਆਂ ਆ, ਜਿੱਦਾਂ ਕਿ ਉਹਦਾ ਸਾਈਜ਼ ਜਿਹੜਾ ਹੈ ਨਾਰਮਲ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ 1 ਔਂਸ ਦੇ ਬਰਾਬਰ ਹੁੰਦਾ ਆ। ਜਦੋਂ ਇਹ ਜ਼ਿਆਦਾ ਵੱਧ ਜਾਂਦੀਆਂ 60, 70, 80 ਗ੍ਰਾਮ ਤੇ 100 ਗ੍ਰਾਮ, ਫਿਰ ਇਹ ਉਹਨਾਂ ਲਈ ਇਹ ਹੈਗੀਆਂ। ਇਹ 2 ਤਰ੍ਹਾਂ ਦੀਆਂ ਦਵਾਈਆਂ ਹੈਗੀਆਂ, ਫਿਨਾਸਟੀਰਾਈਡ ਤੇ ਡਿਊਟਾਸਟਰਾਈਡ। ਇਹ ਮਤਲਬ ਪੇਸ਼ੈਂਟ ਨੂੰ ਅਸੀਂ ਦਿੰਦੇ ਹੈਗੇ ਆ। ਤੇ ਕਈ ਤਰ੍ਹਾਂ ਦੇ ਫਿਰ ਪ੍ਰੋਸੀਜਰ ਹੈਗੇ ਆ, ਜਿਨ੍ਹਾਂ ਕਰਕੇ ਅਸੀਂ ਜਿਹੜੀ ਪ੍ਰੋਸਟੇਟ ਨੂੰ ਮਤਲਬ ਸਿੰਪਟਮ ਫ੍ਰੀ ਕਰਦੇ ਹੈਗੇ ਆ। ਇਹ ਇੱਕ ਪ੍ਰੋਸਟੇਟ ਜਿਹੜੀ ਨਾਰਮਲ ਵਧੀ ਹੋਈ ਹੈਗੀ ਆ, ਉਹਦੇ ਵਿੱਚ ਜਿਹੜਾ ਯੂਰੇਥਰਾ ਹੈ, ਪਿਸ਼ਾਬ ਦੀ ਨਾੜੀ ਹੈਗੀ ਆ, ਉਹ ਬਿਲਕੁਲ ਤਕਰੀਬਨ ਬੰਦ ਹੋ ਗਈ ਹੈਗੀ ਆ ਤੇ ਇਹ ਉਹਨੂੰ ਕੰਪਰੈਸ ਕਰ ਦਿੱਤਾ ਹੈਗਾ ਆ ਵਧੀ ਹੋਈ ਪ੍ਰੋਸਟੇਟ ਨੇ, ਤੇ ਉਹਨੂੰ ਫਿਰ ਅਸੀਂ ਇੱਕ ਯੂਰੋਲਿਫਟ ਡਿਵਾਈਸ ਹੈਗੀ ਆ, ਯੂਰੋਲਿਫਟ, ਉਹ ਅੰਦਰ ਘੁਸਾ ਕੇ ਤੇ ਉਹਦੇ ਨਾਲ ਜਿਹੜੀ ਯੂਰੇਥਰੇ ਨੂੰ ਅਸੀਂ ਮਤਲਬ ਇੱਕ ਤਰ੍ਹਾਂ ਇੱਕ ਪਾਸੇ ਕਰਕੇ ਤੇ ਜਿਸ ਤਰ੍ਹਾਂ ਦਿਖਾਇਆ ਗਿਆ ਹੈਗਾ ਆ, ਇੱਕ ਪਾਸੇ ਕਰਕੇ ਤੇ ਜਿਹੜੀ ਪ੍ਰੋਸਟੇਟ ਹੈਗੀ ਆ, ਉਹਨੂੰ ਅਸੀਂ ਮਤਲਬ ਬੰਨ੍ਹ ਦਿੰਦੇ ਆ ਤਾਂ ਕਿ ਉਹ ਇਸ ਤਰ੍ਹਾਂ ਸਕਵੀਜ਼ ਹੋ ਜਾਏ। ਫਿਰ ਇੱਧਰੋਂ ਫਿਰ ਅਸੀਂ ਸਕਵੀਜ਼ ਕਰ ਦਿੰਦੇ ਆ ਤਾਂ ਕਿ ਇੱਧਰੋਂ ਵੀ ਬੰਦ ਹੋ ਜਾਏ। ਇਸ ਤਰ੍ਹਾਂ ਅਸੀਂ 2-3 ਕਰਕੇ ਤੇ ਮਤਲਬ ਇੱਕ ਜਗ੍ਹਾ ਬਣਾ ਲੈਂਦੇ ਹੈਗੇ ਆ, ਜਿਹਦੇ ਨਾਲ ਕਿ ਪਿਸ਼ਾਬ ਦਾ ਜਿਹੜੀ ਰੁਕਾਵਟ ਜਿਹੜੀ ਹੈਗੀ ਆ, ਉਹ ਨਾ ਰਹਿ ਸਕੇ। ਇੱਧਰੋਂ ਵੀ ਧਾਗੇ ਮਤਲਬ ਸਟਿਚਿਸ ਲਗਾਤੇ, ਇੱਧਰੋਂ ਵੀ ਸਟਿਚਿਸ ਲਗਾਤੇ ਤਾਂ ਕਿ ਉਹ ਮਤਲਬ ਜਿਹੜਾ ਯੂਰੇਥਰਾ ਹੈ, ਉਹਨੂੰ ਅਸੀਂ ਓਪਨ ਸਪੇਸ ਦੇ ਦਿੱਤੀ ਹੈਗੀ ਆ। ਇੱਕ ਤਾਂ ਇਹ ਪ੍ਰੋਸੀਜਰ ਹੈ, ਇਹਨੂੰ ਯੂਰੋਲਿਫਟ ਕਹਿੰਦੇ ਹੈਗੇ ਆ। ਦੂਸਰੀ ਚੀਜ਼ ਹੈਗੀ ਆ ਰੈਜ਼ੋਮ। ਰੈਜ਼ੋਮ ਜਿਹੜੀ ਹੈਗੀ ਆ, ਇਹਦੇ ਨਾਲ ਕੀ ਹੁੰਦਾ ਕਿ ਸਟੀਮ ਜਿਹੜੀ ਹੈ, ਭਾਫ਼ ਹੈਗੀ ਆ, ਉਹ ਗਦੂਦਾਂ ਦੇ ਵਿੱਚ ਇੰਜੈਕਟ ਕਰ ਦਿੱਤੀ ਜਾਂਦੀ ਹੈਗੀ ਆ। ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜੀ ਇਹ ਵਧੇ ਹੋਏ ਸੈੱਲ ਹੈਗੇ ਆ, ਉਹ ਡਿਸਟਰੋਏ ਹੋ ਜਾਂਦੇ ਹੈਗੇ ਆ। ਪਹਿਲਾਂ ਤਾਂ ਉੱਥੇ ਇਨਫਲੇਮੇਸ਼ਨ ਹੋ ਜਾਂਦੀ ਆ, ਵੱਧ ਜਾਂਦੀ ਹੈਗੀ ਆ। ਫਿਰ ਅਸੀਂ ਕੈਥੇਟਰ ਪਾ ਦਿੰਦੇ ਆ, ਕੈਥੇਟਰ ਦੇ ਨਾਲ ਯੂਰਿਨ ਜਿਹੜਾ ਹੈ ਉਹ ਪਾਸ ਹੁੰਦਾ ਰਹਿੰਦਾ ਹੈਗਾ ਆ। ਤੇ ਹੌਲੀ-ਹੌਲੀ ਜਿੱਦਾਂ ਜਿਹੜੇ ਸੈੱਲ ਹੈਗੇ ਆ, ਉਹ ਭਾਫ਼ ਦੇ ਨਾਲ ਮਤਲਬ ਮਰ ਜਾਂਦੇ ਹੈਗੇ ਆ, ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਪ੍ਰੋਸਟੇਟ ਜਿਹੜੀ ਹੈਗੀ ਆ, ਉਹ ਸ਼ਰਿੰਕ ਕਰ ਜਾਂਦੀ ਹੈਗੀ ਆ। ਇਹਦਾ ਬੈਨੀਫਿਟ ਜਿਹੜਾ ਹੈਗਾ ਆ, ਤਕਰੀਬਨ 4 ਸਾਲ ਤੱਕ ਇੱਕ ਵਾਰੀ ਅਗਰ ਉਹ ਪ੍ਰੋਸੈਸ ਕੀਤਾ ਹੈਗਾ ਆ, ਤੇ ਉਹਦਾ 4 ਸਾਲ ਤੱਕ ਬੈਨੀਫਿਟ ਹੋ ਸਕਦਾ ਹੈਗਾ ਆ। ਫਿਰ ਸਰਜਰੀ ਹੈਗੀ ਆ, ਸਰਜਰੀ ਜਿਹੜੀ ਹੈਗੀ ਟਰਾਂਸਯੂਰੇਥਰਲ ਰਿਸੈਕਸ਼ਨ, ਟਰਪ ਕਹਿੰਦੇ ਆ, ਬਹੁਤ ਇੰਪੋਰਟੈਂਟ ਸਰਜਰੀ ਹੈਗੀ ਆ। ਤਕਰੀਬਨ ਹਰ ਇੱਕ ਦੇ ਹੀ ਇਹ ਸਰਜਰੀ ਹੁੰਦੀ ਆ, ਗੋਲਡ ਸਟੈਂਡਰਡ ਹੈਗਾ ਆ, ਬ੍ਰੈਡ ਐਂਡ ਬਟਰ ਹੈਗਾ ਆ ਸਰਜਨਸ ਦਾ। ਇਹ ਜਨਰਲ ਐਨਸਥੀਸੀਆ ਜਿਹੜਾ ਬੇਹੋਸ਼ੀ ਕਰਕੇ ਸਰਜਰੀ ਕੀਤੀ ਜਾਂਦੀ ਹੈਗੀ ਆ। ਕੈਮਰੇ ਦੇ ਨਾਲ ਕੈਮਰਾ ਇੰਟਰੋਡਿਊਸ ਕਰ ਦਿੰਦਾ ਲਿੰਗ ਦੇ ਥਰੂ, ਉਹਦੇ ਨਾਲ ਫਿਰ ਜਿਹੜਾ ਜਿੰਨਾ ਵੀ ਵਧਿਆ ਆ ਪ੍ਰੋਸਟੇਟ ਟਿਸ਼ੂ ਹੈਗਾ ਆ, ਉਹਨੂੰ ਖੁਰਚ ਦਿੱਤਾ ਜਾਂਦਾ ਹੈਗਾ ਆ। ਖੁਰਚ ਕੇ ਜਿਹੜੀ ਪਿਸ਼ਾਬ ਦੀ ਨਾਲੀ ਹੈਗੀ ਆ, ਉਹਨੂੰ ਵੱਡਾ ਕਰ ਦਿੱਤਾ ਜਾਂਦਾ ਹੈਗਾ, ਤੇ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਆ, ਇਹ ਮਤਲਬ ਐਨਸਥੀਸੀਆ ਦੇ ਵਿੱਚ ਜਿਹੜੀ ਜ਼ਿਆਦਾ ਵਧੀ ਹੋਈ ਪ੍ਰੋਸਟੇਟ ਹੈਗੀ ਆ, ਜ਼ਿਆਦਾ ਵਧੇ ਹੋਏ ਗਦੂਦ ਹੈਗੇ ਆ, ਉਹਨਾਂ ਨੂੰ ਖੁਰਚ ਕੇ ਤੇ ਜਿਹੜਾ ਯੂਰੇਥਰਾ ਹੈਗਾ, ਉਹਨੂੰ ਓਪਨ ਕਰ ਦਿੱਤਾ ਜਾਂਦਾ ਹੈਗਾ ਆ। ਇਹਦੇ ਨਾਲ ਪੇਸ਼ੈਂਟ ਨੂੰ ਇੱਕ ਨਾਈਟ ਜਿਹੜੀ ਹੈ ਹੌਸਪੀਟਲ 'ਚ ਗੁਜ਼ਾਰਨੀ ਪੈਂਦੀ ਹੈ। ਫਿਰ ਕੈਥੇਟਰ ਪਾ ਦਿੱਤਾ ਜਾਂਦਾ ਹੈਗਾ ਆ। ਕੈਥੇਟਰ ਜਿਹੜਾ 1 ਤੋਂ 5 ਦਿਨ ਰਹਿੰਦਾ ਹੈਗਾ ਆ, ਉਹਦੇ ਨਾਲ ਫਿਰ ਇਹ ਠੀਕ ਹੋ ਜਾਂਦਾ ਹੈਗਾ ਆ। ਫਿਰ
ਗ੍ਰੀਨ ਲਾਈਟ ਲੇਜ਼ਰ ਹੈਗਾ, ਇੱਕ ਲੇਜ਼ਰ ਦੇ ਨਾਲ ਸਪੈਸ਼ਲ ਲੇਜ਼ਰ ਹੈਗਾ ਆ, ਇਹ ਫੋਟੋ ਇਵੈਪੋਰੇਟਸ ਕਰ ਦਿੰਦਾ ਪ੍ਰੋਸਟੇਟ ਨੂੰ। ਮਤਲਬ ਜਦੋਂ ਲੇਜ਼ਰ ਦੀਆਂ ਕਿਰਨਾਂ ਉਹਦੇ ਉੱਤੇ ਪੈਂਦੀਆਂ ਤਾਂ ਉਹ ਇਵੈਪੋਰੇਟ ਹੋ ਜਾਂਦੀ ਆ ਉਹਦੀ ਜਿਹੜੀ ਸੈੱਲਸ ਵਗੈਰਾ ਹੈਗੇ ਆ। ਇਹ ਬਲੀਡਿੰਗ ਵਿੱਚ ਇਹਦੇ ਨਾਲ ਨਹੀਂ ਹੁੰਦੀ ਕਿਉਂਕਿ ਇਹ ਵੈਪੋਰਾਈਜ਼ ਕਰ ਦਿੰਦਾ ਹੈਗਾ ਆ। ਇਹਦੇ ਨਾਲ ਟਾਈਮ ਬਹੁਤ ਜ਼ਿਆਦਾ ਲੱਗਦਾ ਆ ਪ੍ਰੋਸਟੇਟ ਟਿਸ਼ੂ ਨੂੰ ਮਤਲਬ ਸਾੜਨ ਦੇ ਵਿੱਚ। ਇਹ ਥੋੜ੍ਹਾ ਟਿਸ਼ੂ ਜਿਹੜਾ ਹੈਗਾ ਆ, ਉਹਨੂੰ ਰਿਮੂਵ ਕਰ ਸਕਦਾ ਹੈਗਾ ਆ ਤੇ ਸੈਕੰਡ ਸਰਜਰੀ ਜਿਹੜੀ ਆ, ਉਹਦੀ ਲੋੜ ਪੈ ਸਕਦੀ ਆ ਅਗਰ ਗ੍ਰੀਨ ਲਾਈਟ ਲੇਜ਼ਰ ਦੀ ਕੀਤਾ ਹੈਗਾ ਆ। ਜ਼ਿਆਦਾ ਲੋਕਾਂ ਦੇ ਵਿੱਚ ਇੱਕ ਉਸੇ ਦਿਨ ਘਰ ਜਾ ਸਕਦੇ ਹੈਗੇ ਆ ਤੇ ਜਿਹੜਾ ਕੈਥੇਟਰ ਹੈਗਾ ਆ 1 ਤੋਂ 3 ਦਿਨ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ ਆ। ਇਹ ਇਹਨੂੰ ਮਤਲਬ ਕਿਉਂਕਿ ਇਹਦੇ ਵਿੱਚ ਬਲੀਡਿੰਗ ਨਹੀਂ ਹੁੰਦੀ, ਜਿਹੜੇ ਪੇਸ਼ੈਂਟ ਬਲੱਡ ਥਿਨਰ ਲੈਂਦੇ ਹੈਗੇ ਆ ਕਿਸੇ ਹੋਰ ਪ੍ਰੋਬਲਮ ਕਰਕੇ, ਉਹਨਾਂ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਉਹ ਵੀ ਆਪਣੀ ਬਲੱਡ ਥਿਨਰ ਲੈਂਦੇ ਰਹਿਣਗੇ ਤਾਂ ਵੀ ਇਹ ਪ੍ਰੋਸੀਜਰ ਜਿਹੜਾ ਆ ਇਹ ਕੀਤਾ ਜਾ ਸਕਦਾ ਹੈਗਾ ਆ। ਫਿਰ ਸੁਪਰਾਪਿਊਬਿਕ ਪ੍ਰੋਸਟੇਟੈਕਟਮੀ ਹੈ ਕਿ ਇਹਦੇ ਨਾਲ ਇਹ ਆ ਕਿ ਪੇਟ ਨੂੰ ਪਾੜ ਕੇ ਤੇ ਉਹਦੇ ਵਿੱਚੋਂ ਅੰਦਰ ਜਾ ਕੇ ਤੇ ਫਿਰ ਇਹ ਕਰਨੀ ਪੈਂਦੀ ਹੈ। ਸਰਜੀਕਲ ਰੋਬੋ ਜਿਹੜੇ ਹੈਗੇ ਆ, ਉਹ ਇਹ ਪਰਫੋਰਮ ਕਰਦੇ ਹੈਗੇ ਆ। ਇਹ ਜ਼ਿਆਦਾ ਜਿਹੜੀ ਪ੍ਰੋਸਟੇਟ ਬਹੁਤ ਵੱਡੀ ਹੈਗੀ ਆ, ਜ਼ਿਆਦਾ 100 ਗ੍ਰਾਮ ਤੋਂ ਉੱਪਰ ਹੈਗੀ ਆ, ਉਹਨਾਂ ਲਈ ਕੀਤਾ ਜਾਂਦਾ ਹੈਗਾ ਆ। ਇਹ ਯੂਰੇਥਰੇ ਦੇ ਥਰੂ ਨਹੀਂ ਕੀਤਾ ਜਾਂਦਾ, ਇਹ ਪੇਟ ਦੇ ਥਰੂ ਕੀਤਾ ਜਾਂਦਾ ਹੈਗਾ ਆ। ਬਲੈਡਰ ਨੂੰ ਓਪਨ ਕਰ ਲਿਆ ਜਾਂਦਾ ਹੈਗਾ, ਪ੍ਰੋਸਟੇਟ ਨੂੰ ਕੱਟ ਆਊਟ ਕਰ ਦਿੱਤਾ ਜਾਂਦਾ ਹੈ ਉੱਪਰੋਂ ਤੇ ਫਿਰ ਬਲੈਡਰ ਨੂੰ ਕਲੋਜ਼ ਕੀਤਾ ਜਾਂਦਾ ਹੈਗਾ। ਇਹ ਪ੍ਰੋਸੀਜਰ ਦੇ ਨਾਲ ਵੀ ਮਤਲਬ ਹੁੰਦਾ ਹੈ। ਨੈਚੁਰਲ ਟਰੀਟਮੈਂਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਜ਼ਿਆਦਾ ਪੰਪਕਿਨ ਸੀਡ ਆਇਲ, ਜਿਹੜਾ ਕਿ ਕੱਦੂ ਦੇ ਬੀਜਾਂ ਦਾ ਆਇਲ ਹੈਗਾ ਆ, ਉਹ ਇਹਦੇ ਵਿੱਚ ਵਰਤਿਆ ਜਾਂਦਾ ਹੈ। ਉਹ ਇੰਪਰੂਵ ਕਰ ਦਿੰਦਾ ਹੈਗਾ ਹਾਈਪਰਪਲਾਸੀਆ ਜਿਹੜਾ ਹੈਗਾ ਆ। ਇਹ ਸਿੰਪਟਮ ਜਿਹੜੇ ਹੈ ਐਨਲਾਰਜਡ ਪ੍ਰੋਸਟੇਟ ਦੇ, ਉਹਨਾਂ ਨੂੰ ਠੀਕ ਕਰ ਦਿੰਦਾ ਹੈਗਾ ਆ ਤੇ ਕੁਆਲਿਟੀ ਆਫ ਲਾਈਫ ਇਹਦੇ ਨਾਲ 3 ਮਹੀਨਿਆਂ ਦੇ ਵਿੱਚ ਹੀ ਸੁਧਰ ਜਾਂਦੀ ਹੈਗੀ ਆ ਤੇ ਪ੍ਰੋਸਟੇਟ ਸਾਈਜ਼ ਜਿਹੜਾ ਹੈਗਾ ਉਹ ਘਟ ਜਾਂਦਾ ਹੈਗਾ ਆ। ਇਹ ਓਵਰ ਐਕਟਿਵ ਬਲੈਡਰ ਜਿਹੜੇ ਸਿੰਪਟਮਸ ਹੈਗੇ ਆ, ਉਹ ਵੀ ਇਹਦੇ ਨਾਲ ਘਟ ਜਾਂਦੇ ਹੈਗੇ ਆ ਤੇ ਯੂਰੀਨਰੀ ਫ੍ਰੀਕੁਐਂਸੀ, ਅਰਜੈਂਸੀ ਇਨਕੰਟੀਨੈਂਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਇਹ ਇਸ ਕੱਦੂ ਦੇ ਬੀਜਾਂ ਦੇ ਤੇਲ ਨਾਲ ਮਤਲਬ ਸੁਧਰ ਜਾਂਦੀਆਂ ਹੈਗੀਆਂ ਆ। ਫਿਰ ਹੈ ਸਾ ਪਾਲਮੈਟੋ, ਇਹ ਵੀ ਇੱਕ ਪਲਾਂਟ ਹੈਗਾ ਆ। ਇਹ ਵੀ ਸਾਈਜ਼ ਜਿਹੜਾ ਗਦੂਦਾਂ ਦਾ ਉਹ ਘਟ ਜਾਂਦਾ ਹੈਗਾ ਆ। ਯੂਰੀਨਰੀ ਸਿੰਪਟਮ ਜਿਹੜੇ ਹੈਗੇ ਆ ਉਹ ਵੀ ਈਜ਼ ਹੋ ਜਾਂਦੇ ਆ, ਘਟ ਜਾਂਦੇ ਹੈਗੇ ਆ ਤੇ ਰਾਤ ਨੂੰ ਉੱਠਣਾ ਘੱਟ ਪੈਂਦਾ ਹੈਗਾ ਆ ਪਿਸ਼ਾਬ ਕਰਨ ਦੇ ਲਈ ਤੇ ਜਿਹੜਾ ਫਲੋ ਹੈਗਾ ਆ ਉਹ ਵੀ ਇੰਪਰੂਵ ਹੋ ਜਾਂਦਾ ਹੈਗਾ ਆ। ਜੇ ਕਿਸੇ ਨੂੰ ਦਰਦ ਭਰਿਆ ਯੂਰੀਨੇਸ਼ਨ ਸੀਗੀ, ਉਹ ਵੀ ਠੀਕ ਹੋ ਜਾਂਦੀ ਆ। 4 ਤੋਂ 6 ਹਫ਼ਤੇ ਇਹ ਲੈਂਦਾ ਹੈ ਆਪਣਾ ਅਸਰ ਪੂਰਾ ਇਫੈਕਟ ਕਰਨ ਦੇ ਲਈ ਤੇ ਇਹ ਫੂਡ ਸੋਰਸ ਨਹੀਂ ਹੈ। ਇਹ ਤਕਰੀਬਨ ਦਵਾਈਆਂ ਦੇ ਤੌਰ ਦੇ ਉੱਤੇ ਸਾਹ ਪਾਲਮੈਟੋ ਜਿਹੜਾ ਹੈਗਾ ਸਪਲੀਮੈਂਟ ਦੇ ਤੌਰ ਦੇ ਉੱਤੇ ਮਿਲਦਾ ਆ। ਮੇ ਹੈਲਪ ਲੋ ਸਪਰਮ ਕਾਊਂਟ, ਜੇ ਸਪਰਮ ਕਾਊਂਟ ਘੱਟ ਆ ਤਾਂ ਉਹਨਾਂ ਨੂੰ ਵੀ ਇਹ ਇਨਕਰੀਜ਼ ਕਰ ਸਕਦਾ ਹੈ ਸਾਹ ਪਾਲਮੈਟੋ। ਫਿਰ ਇੱਕ ਸਟਿੰਗਿੰਗ ਨੈਟਲ ਹੈ, ਜਿਹੜਾ ਕਿ ਐਂਟੀ ਇਨਫਲੇਮੇਟਰੀ ਹੈ, ਸੋਜਿਸ਼ ਨੂੰ ਖਤਮ ਕਰਦਾ ਹੈ, ਐਂਟੀ ਟਿਊਮਰ ਹੈ, ਐਂਟੀ ਵਾਇਰਲ ਹੈ, ਇਮਿਊਨ ਸਿਸਟਮ ਨੂੰ ਵੀ ਮੋਡੂਲੇਟ ਕਰ ਦਿੰਦਾ ਹੈਗਾ। ਇਹ ਸਿੰਪਟਮ ਜਿਹੜੇ ਹੈਗੇ ਆ ਗਦੂਦਾਂ ਦੇ ਵਧਣ ਨੂੰ, ਉਹਨਾਂ ਨੂੰ ਠੀਕ ਕਰ ਦਿੰਦਾ ਹੈਗਾ ਆ। ਇਹਦੇ ਵਿੱਚ ਫਾਈਟੋਸਟੀਰੋਲਸ, ਲਿਗਨਾਨ ਤੇ ਪੋਲੀਸੈਕਰਾਈਡਸ ਹੁੰਦੇ ਹੈਗੇ ਆ। ਇਹ ਸਟੱਡੀ ਇਹ ਸੁਜੈਸਟ ਕਰਦੀ ਹੈ ਕਿ ਇਹਦਾ ਜਿਹੜਾ ਐਕਸ਼ਨ ਹੈਗਾ ਆ, ਜਿਹੜੀ ਮੈਂ ਤੁਹਾਨੂੰ ਪਹਿਲਾਂ ਫਿਨਾਸਟੀਰਾਈਡ ਦਵਾਈ ਦੱਸੀ ਹੈ, ਉਹਦੇ ਨਾਲ ਕੰਪੇਰੇਬਲ ਹੈਗੇ ਆ ਕਿ ਜਿੰਨਾ ਉਹ ਅਸਰ ਕਰਦੀ ਹੈ, ਓਨਾ ਹੀ ਇਹ ਵੀ ਅਸਰ ਕਰ ਦਿੰਦਾ ਹੈ ਤੇ ਇਹ ਨੈਚੁਰਲ ਹੈਗਾ ਆ। ਤੇ ਇਹਦੀ ਰੂਟ ਤੇ ਉੱਪਰਲੇ ਪਾਰਟ ਜਿਹੜੇ ਆ ਉਹ ਮੈਡੀਸਨ ਦੀ ਤਰ੍ਹਾਂ ਯੂਜ਼ ਹੁੰਦੇ ਹੈਗੇ ਆ। 287 ਗਦੂਦ ਦੇ ਪੇਸ਼ੈਂਟਸ ਨੂੰ ਇਹ ਟ੍ਰੀਟ ਕੀਤਾ ਇਹਦੇ ਨਾਲ ਤੇ ਸਿਗਨੀਫੀਕੈਂਟ ਰਿਡਕਸ਼ਨ ਕੀਤੀ ਆ ਜਿਹੜਾ ਇਹਨਾਂ ਦਾ ਸਿੰਪਟਮ ਸਕੋਰ ਸੀਗਾ। PSA ਵੀ ਜਿਹੜਾ ਹੈਗਾ ਆ ਉਹ ਵੀ ਇਹਦਾ ਘਟ ਜਾਂਦਾ ਹੈਗਾ ਆ ਪ੍ਰੋਸਟੇਟ ਸਾਈਜ਼ ਦੇ ਘਟਣ ਦੇ ਨਾਲ। ਫਿਰ ਲਾਈਕੋਪੀਨ ਹੈਗੀ ਆ। ਲਾਈਕੋਪੀਨ ਜਿਹੜੀ ਕਿ ਆਮ ਤੌਰ ਤੇ ਉੱਤੇ ਜਿਹੜਾ ਰੈੱਡ ਕਲਰ ਹੁੰਦਾ ਆ ਸਾਡੇ ਜਿਸ ਤਰ੍ਹਾਂ ਟਮਾਟਰਾਂ ਦੇ ਵਿੱਚ ਵੀ ਹੁੰਦਾ ਹੈਗਾ ਆ। ਇਹ ਲਾਈਕੋਪੀਨ ਜਿਹੜੀ ਹੈਗੀ ਆ, ਇਹ ਕੀਮੋ ਪ੍ਰੀਵੈਂਸ਼ਨ ਦੀ ਜਿਹੜੀ ਪ੍ਰੋਸਟੇਟ ਦੇ ਵਿੱਚ
ਹੈਲਪ ਕਰਦੀ ਆ। ਈਵਨ ਕੈਂਸਰ ਦੇ ਵਿੱਚ ਬਹੁਤ ਜ਼ਿਆਦਾ, ਪ੍ਰੋਸਟੇਟ ਦੇ ਕੈਂਸਰ ਦੇ ਵਿੱਚ ਵੀ ਹੈਲਪ ਕਰਦੀ ਹੈਗੀ ਆ। ਇਹ ਗਰੋਥ ਜਿਹੜੀ ਨਾਰਮਲ ਹਿਊਮਨ ਪ੍ਰੋਸਟੇਟ ਦੀ ਹੈਗੀ ਆ, ਐਪੀਥੀਲੀਅਲ ਸੈਲਸ ਦੀ, ਉਹ ਘਟਾ ਦਿੰਦੀ ਹੈਗੀ ਆ। ਤੇ ਲਾਈਕੋਪੀਨ ਜਿਹੜੀ ਆ ਪ੍ਰੋਸਟੇਟ ਸੈਲਸ ਨੂੰ ਆਦਮੀ ਦੇ ਸਰੀਰ ਦੇ ਵਿੱਚ ਵੀ ਘਟਾਉਂਦੀ ਹੈਗੀ ਆ, ਤੇ ਪ੍ਰੋਸਟੇਟ ਦਾ ਟਿਸ਼ੂ ਜਿਹੜਾ ਹੈ ਉਹਨੂੰ ਵੀ ਘਟਾਉਂਦੀ ਹੈਗੀ ਆ। ਲਾਈਕੋਪੀਨ ਪ੍ਰੋਸਟੇਟ ਹੈਲਥ ਤੇ ਹੋਰ ਪੋਸੀਬਲ ਬੈਨੀਫਿਟ ਜਿਹੜੇ ਹੈਗੇ ਆ, ਇਹ ਇਹਦੇ ਨਾਲ ਦੇਖਣ ਨੂੰ ਮਿਲਦੇ ਹੈਗੇ ਆ। ਸਰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਟਾਈਮ ਜਿਹੜਾ ਹੈਗਾ ਆ, ਅਗਰ ਮੀਟਿੰਗ ਆਫ ਹੁੰਦੀ ਹੈਗੀ ਆ, 40 ਮਿੰਟ ਦਾ ਸੈਸ਼ਨ ਹੁੰਦਾ ਤਾਂ ਪਲੀਜ਼ ਦੁਬਾਰਾ ਜੁਆਇਨ ਕਰ ਲੈਣਾ ਲਿੰਕ ਤੇ ਕਲਿੱਕ ਕਰਕੇ। ਥੈਂਕ ਯੂ ਸਰ, ਪਲੀਜ਼ ਕੰਟੀਨਿਊ। ਠੀਕ ਹੈ ਜੀ। ਅਫਰੀਕਨ ਪ੍ਰਿਊਨ ਟਰੀ ਹੈ ਇੱਕ, ਪਾਈਜੀਅਮ ਅਫਰੀਕੈਨਮ, ਇਹਦੇ ਨਾਲ ਵੀ ਜਿਹੜਾ ਰਾਤ ਦੀ ਯੂਰਿਨ ਦਾ ਬਾਰ-ਬਾਰ ਉੱਠਣਾ ਹੈਗਾ ਆ, ਉਹ ਵੀ 19% ਘਟ ਗਿਆ ਸੀ, ਤੇ ਜਿਹੜਾ ਰੈਜ਼ੀਡਿਊਲ ਯੂਰਿਨ ਵੋਲੀਅਮ ਬਲੈਡਰ ਦੇ ਵਿੱਚ ਰਹਿੰਦੀ ਆ, ਉਹ ਵੀ 24% ਘਟ ਗਈ ਆ, ਤੇ ਪੀਕ ਯੂਰਿਨ ਫਲੋ ਵਾਸ ਇਨਕਰੀਜ਼ਡ ਬਾਈ 20 ਦੇ ਜਿਹੜਾ ਯੂਰਿਨ ਦਾ ਫਲੋ ਹੈ, ਉਹ ਤਕਰੀਬਨ 23% ਵੱਧ ਗਿਆ ਸੀ। ਇਹ ਅਫਰੀਕਨ ਪ੍ਰਿਊਨ ਟਰੀ ਜਿਹੜਾ ਹੈਗਾ ਆ, ਇਹ ਇਫੈਕਟਸ ਭਾਵੇਂ ਇਹਦੇ ਘੱਟ ਹੈਗੇ ਆ, ਪਰ ਇਹ ਵੀ ਇਫੈਕਟਿਵ ਹੈ ਇਹਦੇ ਵਿੱਚ, ਨੈਚੁਰਲ ਟ੍ਰੀਟਮੈਂਟ ਦੇ ਵਿੱਚ। ਰਾਈ ਗ੍ਰਾਸ ਪੋਲਨ ਹੈਗਾ ਆ, ਇਹ ਮੇਲ ਹਾਰਮੋਨ ਟੈਸਟੋਸਟੇਰੋਨ ਨੂੰ ਅਫੈਕਟ ਕਰਦਾ ਹੈਗਾ ਆ। ਮਸਲਸ ਜਿਹੜੇ ਪਿਸ਼ਾਬ ਦੀ ਨਾਲੀ ਦੇ ਅਰਾਊਂਡ ਹੈਗੇ ਆ, ਉਹਨਾਂ ਨੂੰ ਰਿਲੈਕਸ ਕਰ ਦਿੰਦਾ ਹੈਗਾ ਆ। ਬਲੈਡਰ ਹੈਗਾ ਆ, ਉਹ ਇੰਪਰੂਵ ਹੋ ਜਾਂਦਾ ਆ ਕਿ ਉਹ ਕਿਸ ਤਰ੍ਹਾਂ ਮਤਲਬ ਪਿਸ਼ਾਬ ਨੂੰ ਬਾਹਰ ਕੱਢਣਾ ਹੈਗਾ ਆ, ਤੇ ਜਿਹੜੀ ਸੋਜਿਸ਼ ਹੈਗੀ ਆ ਪ੍ਰੋਸਟੇਟ ਦੀ, ਉਹ ਵੀ ਘਟਾ ਦਿੰਦਾ ਹੈਗਾ ਆ। ਸਰਨਿਲਟੋਨ ਇੱਕ ਦਵਾਈ ਬਣਾਈ ਹੋਈ ਹੈਗੀ ਆ, ਬ੍ਰਾਂਡਡ ਰਾਈਗ੍ਰਾਸ ਪੋਲਨ ਦੀ, ਉਹ ਇਹ ਮੈਡੀਕੇਸ਼ਨ ਜਿਹੜੀ ਹੈਗੀ ਆ ਉਹ ਇਫੈਕਟਿਵ ਹੈਗੀ ਆ। ਤੇ ਜਿੰਨੇ ਵੀ ਸਿੰਪਟਮਸ ਹੈਗੇ ਆ, ਇਹ ਯੂਰੀਨੇਸ਼ਨ ਹੈ, ਨੋਕਚੂਰੀਆ, ਇਹ ਸਾਰਿਆਂ ਦੇ ਵਿੱਚ ਇਹ ਕਾਫੀ ਹੈਲਪ ਕਰਦਾ ਹੈਗਾ ਆ। ਜ਼ਿੰਕ ਇੱਕ ਮੈਂ ਦੱਸਣਾ ਚਾਹੁੰਦਾ ਆ ਕਿ ਜ਼ਿੰਕ ਜਿਹੜਾ ਹੈ ਉਹ ਇਸ ਪ੍ਰੋਸਟੇਟ ਦੇ ਲਈ ਬਹੁਤ ਬਹੁਤ ਇੰਪੋਰਟੈਂਟ ਹੈਗਾ ਆ। ਜਿਹੜਾ ਐਸਟ੍ਰੋਜਨ ਜਦੋਂ ਵੱਧ ਜਾਂਦਾ ਹੈਗਾ ਆ ਆਦਮੀਆਂ ਦੇ ਵਿੱਚ ਲੇਟਰ ਉਮਰ ਦੇ ਵਿੱਚ, ਉਹ ਜਿਹੜੇ ਜ਼ਿੰਕ ਦੀ ਅਪਟੇਕ ਹੈਗੀ ਇੰਟੈਸਟੀਨ ਦੇ ਵਿੱਚ, ਉਹ ਘਟਾ ਦਿੰਦਾ ਹੈਗਾ ਆ। ਤੇ ਇਸ ਕਰਕੇ ਐਸਟ੍ਰੋਜਨ ਲੈਵਲਸ ਜਿਹੜੇ ਹੈਗੇ ਆ ਜਦੋਂ ਵੱਧਦੇ ਹੈ, ਤਾਂ ਜ਼ਿੰਕ ਜਿਹੜਾ ਹੈ ਬਾਡੀ ਦੇ ਵਿੱਚ ਘਟ ਜਾਂਦਾ ਹੈ। ਤੇ ਜ਼ਿੰਕ ਇੱਕ ਐਸੀ ਮਿਨਰਲ ਹੈਗਾ ਜਿਹੜਾ ਕਿ ਪ੍ਰੋਸਟੇਟ ਦੇ ਲਈ ਬਹੁਤ ਹੀ ਜ਼ਰੂਰੀ ਹੈਗਾ ਆ। ਹਰ ਜਿਹੜਾ ਇੰਪੋਰਟੈਂਟ ਮਿਨਰਲ ਹੈ, ਉਹ ਕਿਸੇ ਨਾ ਕਿਸੇ ਸਾਡੀ ਗਲੈਂਡ ਦੇ ਲਈ ਬਹੁਤ ਇੰਪੋਰਟੈਂਟ ਹੈ। ਜਿਸ ਤਰ੍ਹਾਂ ਕਿ ਆਇਓਡੀਨ ਹੈ, ਉਹ ਸਾਡੀ ਥਾਇਰਾਇਡ ਲਈ ਇੰਪੋਰਟੈਂਟ ਹੈਗੀ ਆ, ਤੇ ਬੋਰਨ ਹੈ, ਉਹ ਸਾਡੀ ਪੈਰਾਥਾਇਰਾਇਡ ਲਈ ਇੰਪੋਰਟੈਂਟ ਹੈਗਾ ਆ। ਫਿਰ ਸਾਡਾ ਆਇਰਨ ਹੈ, ਉਹ ਸਾਡੇ ਬਲੱਡ ਲਈ ਬਹੁਤ, ਬੋਨ ਮੈਰੋ ਲਈ, ਬਲੱਡ ਲਈ ਬਹੁਤ ਇੰਪੋਰਟੈਂਟ ਹੈਗਾ ਆ। ਫਿਰ ਕ੍ਰੋਮੀਅਮ ਹੈ, ਉਹ ਸਾਡੇ ਕ੍ਰੋਮੀਅਮ ਤੇ ਵੈਨੇਡੀਅਮ, ਉਹ ਸਾਡੀ ਪੈਂਕਰੀਆਸ ਲਈ ਬਹੁਤ ਇੰਪੋਰਟੈਂਟ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਜ਼ਿੰਕ ਹੈ, ਇਹ ਸਾਡੀ ਪ੍ਰੋਸਟੇਟ ਲਈ ਬਹੁਤ ਇੰਪੋਰਟੈਂਟ ਹੈਗਾ ਆ। ਸੋ ਇਸ ਲਈ ਜਿਹੜੀ ਜ਼ਿੰਕ ਅਗਰ ਜੇ ਤੁਹਾਡਾ ਪੂਰਾ ਹੈਗਾ ਆ, ਤੇ ਫਿਰ ਨਾਰਮਲੀ ਜਿਹੜੀ ਪ੍ਰੋਸਟੇਟ ਦੀ ਇਨਲਾਰਜਮੈਂਟ ਹੈਗੀ ਆ, ਉਹ ਨਹੀਂ ਹੁੰਦੀ। ਤੇ ਇਸ ਲਈ ਜ਼ਿੰਕ ਜਿਹੜਾ ਲੈਣਾ ਆ, ਉਹ ਬਹੁਤ ਇੰਪੋਰਟੈਂਟ ਹੈਗਾ ਆ, ਜਿਹੜਾ ਕਿ ਸਾਨੂੰ ਪੋਲਟਰੀ ਦੇ ਵਿੱਚੋਂ, ਸੀ ਫੂਡ ਦੇ ਵਿੱਚੋਂ, ਜਿਹੜੇ ਸੀਡਸ ਹੈਗੇ, ਨਟਸ ਹੈਗੇ ਆ, ਸੈਸਮੀ ਸੀਡ ਹੈਗੇ, ਜਿੱਦਾਂ ਤਿਲਾਂ ਦਾ ਬੀਜ ਹੈਗੇ ਆ, ਪੰਪਕਿਨ ਸੀਡਸ ਹੈਗੇ ਆ, ਕੱਦੂ ਦੇ ਬੀਜ ਹੈਗੇ ਆ, ਇਹ ਸਾਰਿਆਂ ਦੇ ਵਿੱਚ ਜ਼ਿੰਕ ਹੁੰਦਾ ਆ। ਔਰ ਇਹ ਜ਼ਿੰਕ ਜਿਹੜਾ ਓਇਸਟਰਸ ਜਿਹੜੇ ਹੈ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦੇ ਵਿੱਚ ਜ਼ਿੰਕ ਜਿਹੜਾ ਹੈ, ਉਹ ਪ੍ਰੋਸਟੇਟ ਦੇ ਲਈ ਬਹੁਤ ਹੀ ਨੈਚੁਰਲ ਟ੍ਰੀਟਮੈਂਟ ਵਾਂਗੂ ਕੰਮ ਕਰਦਾ ਹੈਗਾ ਆ। ਸੋਇਆਬੀਨ ਵੀ ਬਹੁਤ ਇਨਹਿਬਿਟਰ ਹੈਗਾ ਆ 5 ਅਲਫਾ ਰਿਡਕਟੇਜ, ਜਿਹੜੇ ਦਵਾਈਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਹੈਗਾ, ਤੇ ਇਹ ਲੋ ਪੋਟੈਂਸੀ ਐਸਟ੍ਰੋਜਨ ਹੁੰਦਾ ਹੈਗਾ ਆ। ਸੋਏ ਜਿਹੜੀ ਹੈਗੀ ਆ, ਇਹ ਜਿਹੜੀਆਂ ਸਟਰੋਂਗਰ ਐਸਟ੍ਰੋਜਨ ਸਾਈਟਸ ਹੈਗੀਆਂ ਆ ਰਿਸੈਪਟਰਸ ਦੀਆਂ, ਉਹਨਾਂ ਨੂੰ ਬਲੌਕ ਕਰ ਦਿੰਦਾ ਹੈਗਾ, ਤੇ ਜਿਹੜਾ DHT ਹੈਗਾ ਆ, ਉਹ ਫਿਰ ਵੱਧਦਾ ਨਹੀਂ ਹੈਗਾ ਆ। ਬੀਟਾ ਸਾਈਟੋਸਟੀਰੋਲ ਸੋਇਆਬੀਨ ਦੇ ਵਿੱਚ ਹੁੰਦੀ ਆ, ਤੇ ਇਹ ਜਿਹਨਾਂ ਦਾ ਗਦੂਦ ਵੱਧ ਜਾਂਦਾ ਆ, ਜੇ ਉਹ 20 ਮਿਲੀਗ੍ਰਾਮ ਡੇਲੀ ਡੋਜ਼ ਲੈਂਦੇ ਬੀਟਾ ਸਾਈਟੋਸਟੀਰੋਲ ਦੀ,
3 ਵਾਰੀ ਦਿਨ ਦੇ ਵਿੱਚ, ਤਾਂ ਉਹਨਾਂ ਨੂੰ ਜਿਹੜਾ ਯੂਰਿਨਰੀ ਫਲੋ ਹੈਗਾ ਆ, ਉਹ ਵਧਣ ਦੇ ਵਿੱਚ ਕਾਫ਼ੀ ਹੈਲਪ ਮਿਲਦੀ ਆ, ਤੇ ਜਿਹੜਾ ਰੈਜ਼ੀਡਿਊਅਲ ਯੂਰਿਨ ਰਹਿ ਜਾਂਦਾ ਆ, ਉਹਦੇ ਵਿੱਚ ਵੀ ਕਮੀ ਆ ਜਾਂਦੀ ਹੈਗੀ ਆ। ਸੋ ਇਹ ਸੋਇਆ ਵੀ ਇੱਕ ਨੈਚੁਰਲ ਟ੍ਰੀਟਮੈਂਟ ਹੈਗੀ ਆ। ਓਮੇਗਾ 3 ਜਿਹੜਾ ਹੈਗਾ ਆ, ਜਿਹੜਾ ਕਿ ਫੈਟੀ ਐਸਿਡ ਹੈਗਾ ਆ, ਜੇ ਡਾਈਟ ਰਿਚ ਇਨ ਓਮੇਗਾ 3 ਫੈਟੀ ਐਸਿਡਸ ਅਸੀਂ ਲੈਂਦੇ ਹੈਗੇ ਆ, ਇਹ ਵੀ ਪ੍ਰੋਸਟੇਟ ਦੀ ਇਨਫਲੇਮੇਸ਼ਨ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੇ ਹੈਗੇ ਆ। ਤੇ ਜਿਹੜਾ ਫੂਡ ਰਿਚ ਇਨ ਓਮੇਗਾ 3 ਫੈਟੀ ਐਸਿਡਸ ਹੈਗੇ ਆ, ਕੋਲਡ ਵਾਟਰ ਫਿਸ਼ ਜਿਹੜੀ ਹੈ ਉਹਦੇ ਵਿੱਚ ਹੁੰਦਾ ਆ, ਸਾਲਮਨ, ਮੈਕਰਲ ਤੇ ਸਾਰਡਾਈਨਸ, ਤੇ ਐਗਸ ਦੇ ਵਿੱਚ ਹੁੰਦਾ ਆ, ਵਾਲਨਟ ਜਿਹੜਾ ਸਾਡਾ ਅਖਰੋਟ ਹੈ ਉਹਦੇ ਵਿੱਚ ਹੁੰਦਾ ਆ, ਤੇ ਕਈ ਵੈਜੀਟੇਬਲ ਆਇਲਸ ਦੇ ਵਿੱਚ ਵੀ ਇਹ ਓਮੇਗਾ 3 ਪਾਇਆ ਜਾਂਦਾ ਆ, ਤੇ ਇਹ ਵੀ ਹੈਲਪਫੁਲ ਹੁੰਦਾ ਆ। ਫਿਰ ਲਾਈਫਸਟਾਈਲ ਟਿਪਸ ਜਿਹੜੀਆਂ ਹੈਗੀਆਂ, ਉਹ ਮੈਂ ਦੱਸਣਾ ਚਾਹਨਾ ਕਿ ਜੇ ਕਿਸੇ ਨੂੰ ਥੋੜਾ ਬਹੁਤ BPH ਦਾ ਜਾਂ ਗਦੂਦਾਂ ਦਾ ਅਸਰ ਹੋਇਆ ਆ, ਤਾਂ ਉਹਦੇ ਨਾਲ ਜਦੋਂ ਤੁਸੀਂ ਯੂਰੀਨੇਟ ਪਿਸ਼ਾਬ ਕਰਨ ਜਾਂਦੇ ਹੋ, ਜਦੋਂ ਘਰ ਨੂੰ ਮਤਲਬ ਜਦੋਂ ਘਰੋਂ ਤੁਸੀਂ ਬਾਹਰ ਨਿਕਲਣਾ ਆ, ਤਾਂ ਇੱਕ ਵਾਰੀ ਜ਼ਰੂਰ ਮਤਲਬ ਪਿਸ਼ਾਬ ਕਰ ਲੈਣਾ ਚਾਹੀਦਾ ਹੈਗਾ ਆ, ਤੇ ਤਾਂ ਕਿ ਯੂਰਿਨ ਲੀਕ ਨਾ ਹੋ ਸਕੇ, ਤੁਹਾਨੂੰ ਸਟ੍ਰੈਸਫੁਲ ਇਨਸੀਡੈਂਟਸ ਪਬਲਿਕ ਦੇ ਵਿੱਚ ਨਾ ਉਠਾਉਣੀ ਪਵੇ। ਡਬਲ ਵੋਇਡਿੰਗ ਦਾ ਮਤਲਬ ਇਹ ਆ ਕਿ ਅਗਰ ਤੁਸੀਂ ਹੁਣੇ ਹੀ ਇੱਕ ਪਿਸ਼ਾਬ ਕਰਕੇ ਹਟੇ ਆ, ਤੇ ਡਬਲ ਥੋੜੀ ਦੇਰ ਬਾਅਦ ਫੇਰ ਜਾ ਕੇ ਇੱਕ ਵਾਰੀ ਤੁਸੀਂ ਯੂਰਿਨ ਕਰੋ, 5-10 ਮਿੰਟਾਂ ਬਾਅਦ, ਤਾਂ ਦੁਬਾਰਾ ਵੀ ਤੁਸੀਂ ਪਿਸ਼ਾਬ ਜਿਹੜਾ ਬਚਿਆ ਆ ਪਿਸ਼ਾਬ ਆ, ਉਹ ਤੁਸੀਂ ਦੁਬਾਰਾ ਕਰ ਸਕਦੇ ਹੈਗੇ ਆ। ਪਾਣੀ ਜਿਹੜਾ ਹੈ 2 ਘੰਟੇ ਬੈੱਡ ਟਾਈਮ ਤੋਂ ਪਹਿਲਾਂ ਤੇ ਨਹੀਂ ਪੀਣਾ ਚਾਹੀਦਾ, 2 ਘੰਟੇ ਤੋਂ ਪਹਿਲਾਂ ਪੀਣਾ ਚਾਹੀਦਾ, 2 ਘੰਟੇ ਦੇ ਦੌਰਾਨ ਨਹੀਂ ਪੀਣਾ ਚਾਹੀਦਾ। ਬੋਡੀ ਵੇਟ ਜੇ ਤੁਹਾਡਾ ਨਾਰਮਲ ਹੈਗਾ, ਉਹ ਵੀ ਤੁਹਾਡੀ ਜਿਹੜੀ ਪ੍ਰੋਸਟੇਟ ਹੈਗੀ ਆ, ਉਹਨੂੰ ਠੀਕ ਰੱਖਦਾ ਹੈ। ਐਕਸਰਸਾਈਜ਼ ਅਗਰ ਤੁਸੀਂ ਰੈਗੂਲਰਲੀ ਕਰਦੇ ਆ, ਉਹ ਵੀ ਤੁਹਾਡੀ ਪ੍ਰੋਸਟੇਟ ਨੂੰ ਠੀਕ ਰੱਖਦਾ ਹੈਗਾ ਆ। ਤੇ ਅਵੋਇਡ ਕਰਨਾ ਜਾਂ ਪ੍ਰੋਡਕਟਸ ਨੂੰ, ਜਿਹੜੀਆਂ ਚੀਜ਼ਾਂ ਡੀਹਾਈਡ੍ਰੇਸ਼ਨ ਕਰਦੀਆਂ ਹੈਗੀਆਂ, ਕਿਉਂਕਿ ਡੀਹਾਈਡ੍ਰੇਸ਼ਨ ਦੇ ਨਾਲ ਤੁਹਾਨੂੰ ਫਿਰ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਆ। ਫਿਰ ਮੈਡੀਕੇਸ਼ਨਸ ਐਸੀਆਂ ਹੈ ਜਿਹੜੀਆਂ ਡੀਕੰਜੈਸਟੈਂਟ, ਜਿੱਦਾਂ ਨੱਕ ਬੰਦ ਦੀਆਂ ਜਾਂ ਨਜ਼ਲੇ ਜ਼ੁਕਾਮ ਦੀਆਂ ਦਵਾਈਆਂ ਹੈਗੀਆਂ, ਉਹਨਾਂ ਦਾ ਘੱਟ ਪ੍ਰਯੋਗ ਕਰਨਾ ਚਾਹੀਦਾ ਹੈਗਾ ਆ। ਤੇ ਯੂਰਿਨਰੀ ਪੈਡ ਜਿਹੜੇ ਹੈਗੇ ਆ, ਅਬਜ਼ੋਰਬੈਂਟ ਹੈਗੇ ਆ, ਉਹ ਲਗਾ ਲੈਣੇ ਚਾਹੀਦੇ ਹੈਗੇ ਆ, ਤਾਂ ਕਿ ਜੇ ਤੁਹਾਡਾ ਥੋੜਾ ਬਹੁਤ ਯੂਰਿਨ ਲੀਕ ਹੁੰਦਾ ਹੈਗਾ ਆ, ਤਾਂ ਉਹ ਮਤਲਬ ਪੈਡਸ ਦੇ ਵਿੱਚ ਅਬਜ਼ੋਰਬ ਹੋ ਜਾਏ, ਤੇ ਤੁਹਾਨੂੰ ਵੈਟਨੈਸ ਦੀ ਡਿਸਕੰਫਰਟ ਤੋਂ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਫਿਰ ਯੂਰਿਨਰੀ ਸ਼ੀਥਸ ਤੁਸੀਂ ਲਗਵਾ ਸਕਦੇ ਆ, ਕੰਡੋਮ ਸ਼ੇਪਡ ਸ਼ੀਥਸ ਹੁੰਦੀਆਂ ਆ, ਜਿਹੜੀਆਂ ਕਿ ਤੁਸੀਂ ਲਿੰਗ ਦੇ ਉੱਤੇ ਚੜਾ ਕੇ ਤੇ ਇੱਕ ਬੈਗ ਨਾਲ ਸਟ੍ਰੈਪ ਕਰਕੇ ਲੈਗ ਦੇ ਨਾਲ ਲਾ ਸਕਦੇ ਆ, ਤਾਂ ਕਿ ਅਗਰ ਲੀਕੇਜ ਹੁੰਦੀ ਹੈਗੀ ਆ, ਤਾਂ ਉਹ ਤੁਹਾਡਾ ਯੂਰਿਨ ਜਿਹੜਾ ਹੈਗਾ, ਉਹ ਬੈਗ ਦੇ ਵਿੱਚ